Welcome student. In today's class we will read active and passive voice, how to change active sentences into passive sentences। ਮੋਸਟਲੀ ਜਿਹੜੇ ਆਪਾਂ ਟੈਂਸ ਪੜ੍ਹਦੇ ਹਾਂ ਉਹ ਐਕਟਿਵ ਵੌਇਸ ਦੇ ਵਿੱਚ ਆਪਾਂ ਨੂੰ ਪੜ੍ਹਾਏ ਜਾਂਦੇ ਹੈ ਅਤੇ ਉਹਨਾਂ ਨੂੰ ਪੈਸਿਵ ਦੇ ਵਿੱਚ ਕਿਵੇਂ ਚੇਂਜ ਕਰਨਾ ਹੈ, ਕੀ ਉਹਦੇ ਰੂਲ ਹੁੰਦੇ ਹੈ, ਕੀ ਉਹਨੂੰ ਫੋਲੋ ਕਰਨਾ ਹੁੰਦਾ ਹੈ, ਕੀ ਕੁਝ ਉਹ ਆਪਾਂ ਅੱਜ ਸਿੱਖਾਂਗੇ। ਇੱਥੇ ਕੁਝ ਐਗਜ਼ਾਮਪਲਸ ਦਿੱਤੀ ਹੋਈ ਹੈ ਜਿਹੜੀ 8ਵੀਂ ਕਲਾਸ ਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ ਬੁੱਕ ਹੈ ਉਹਦੇ ਅਕੋਰਡਿੰਗ ਆਪਾਂ ਪੜ੍ਹਾਂਗੇ। ਰੂਲਸ ਰੈਗੂਲੇਸ਼ਨਸ ਇੱਥੋਂ ਸ਼ੁਰੂ ਹੁੰਦੇ ਹੈ, ਉਹ ਆਪਾਂ ਇੱਕ ਵਾਰੀ ਦੇਖ ਲੈਂਦੇ ਹਾਂ ਅਤੇ ਜਿਵੇਂ ਜਿਵੇਂ ਜਿਸ ਟੈਂਸ ਦੇ ਆਪਾਂ ਚੇਂਜ ਕਰਾਂਗੇ ਉੱਥੇ ਹੀ ਆਪਾਂ ਰੂਲ ਜਿਹੜੇ ਹੈ ਉਹ ਪੜ੍ਹ ਲਾਂਗੇ। ਪਹਿਲਾਂ ਆਪਾਂ ਜਿਹੜੇ ਬੇਸਿਕ ਰੂਲ ਹੈ ਸਾਰਿਆਂ ਦੇ ਉਹ ਪੜ੍ਹ ਲੈਂਦੇ ਹਾਂ। ਰੂਲਸ ਟੂ ਚੇਂਜ ਦ ਵੌਇਸ। The object of the verb takes the position of the subject। ਕਹਿੰਦਾ ਹੈ ਕਿ ਜਿਹੜਾ ਸਬਜੈਕਟ ਹੁੰਦਾ ਹੈ ਐਕਟਿਵ ਵੌਇਸ ਦੇ ਵਿੱਚ ਉਸ ਨੂੰ ਓਬਜੈਕਟ ਦੀ ਥਾਂ 'ਤੇ ਪੈਸਿਵ ਵਿੱਚ ਰੱਖਿਆ ਜਾਵੇਗਾ ਅਤੇ ਜਿਹੜਾ ਐਕਟਿਵ ਦਾ ਓਬਜੈਕਟ ਹੈ ਉਸਨੂੰ ਪੈਸਿਵ ਦੇ ਸਬਜੈਕਟ ਦੇ ਵਿੱਚ ਰੱਖਿਆ ਜਾਵੇਗਾ, ਯਾਨੀ ਕਿ ਇੰਟਰਚੇਂਜ ਹੋ ਜਾਣਗੇ ਆਪਸ ਦੇ ਵਿੱਚ। ਅਤੇ ਇੱਕ ਗੱਲ ਇਹ ਹੈ ਕਿ ਐਕਟਿਵ ਵੌਇਸ ਦੇ ਵਿੱਚ ਓਬਜੈਕਟ ਹੋਣਾ ਜ਼ਰੂਰੀ ਹੈ, ਲੇਕਿਨ ਛੋਟੀਆਂ ਕਲਾਸਾਂ ਦੇ ਵਿੱਚ ਤੁਹਾਨੂੰ ਸੈਂਟੈਂਸ ਦੇ ਵਿੱਚ ਓਬਜੈਕਟ ਮਿਲੇਗਾ ਅਤੇ ਉਹਦੀ ਕੋਈ ਟੈਨਸ਼ਨ ਹੈ ਨਹੀਂ। ਅਤੇ ਅੱਗੇ ਹੈ ਦ ਸਬਜੈਕਟ ਆਫ ਦ ਵਰਬ ਇਨ ਦ ਐਕਟਿਵ ਵੌਇਸ ਬਿਕਮ ਦ ਓਬਜੈਕਟ, ਯਾਨੀ ਕਿ ਸਬਜੈਕਟ ਜਿਹੜਾ ਹੈ ਓਬਜੈਕਟ ਬਣ ਜਾਏਗਾ। ਐਂਡ ਯੂਜ਼ਲੀ ਜਿਹੜਾ ਜ਼ਿਆਦਾਤਰ ਹੈ ਪ੍ਰੈਸਿਡ ਬਾਏ ਦ ਪ੍ਰੈਪੋਜੀਸ਼ਨ ਬਾਏ, ਯਾਨੀ ਪ੍ਰੈਪੋਜੀਸ਼ਨ ਇੱਕ ਬਾਏ ਲਾਉਣੀ ਪੈਂਦੀ ਹੈ, ਲੇਕਿਨ ਕਈ ਸੈਂਟੈਂਸ ਦੇ ਵਿੱਚ ਇਹ ਟੂ ਵੀ ਲੱਗਦੀ ਹੈ, ਵਿਦ ਵੀ ਲੱਗਦੀ ਹੈ ਅਤੇ ਇਨ ਜਾਂ ਕੋਈ ਹੋਰ ਵੀ ਲੱਗਦੀ ਹੈ, ਲੇਕਿਨ ਮੋਸਟਲੀ ਕੀ ਹੈ ਬਾਏ ਹੀ ਲੱਗੇਗੀ। The tense of the verb in the passive voice remain the same as in the active voice, यानी tense ਦਾ change ਨਹੀਂ ਹੋਵੇਗਾ। ਭਾਵ ਕਿ indefinite ਹੈ active ਦੇ ਵਿੱਚ ਤਾਂ indefinite ਦੇ ਵਿੱਚ ਹੀ change ਹੋਵੇਗਾ। continuous ਹੈ ਤਾਂ continuous ਦੇ ਵਿੱਚ, perfect ਹੈ ਤਾਂ perfect ਦੇ ਵਿੱਚ ਹੀ change ਹੋਵੇਗਾ। appropriate form of the verb to be means is been, have been, had been, was were, will be, shall be etc ਇਹ ਯੂਜ਼ ਕੀਤੇ ਜਾਣਗੇ। ਅਤੇ ਪਾਸਟ ਪਾਰਟੀਸੀਪਲ ਫਾਰਮ ਜਿਸਨੂੰ ਵਰਬ ਥਰਡ ਕਹਿੰਦੇ ਹੈ, ਚਾਹੇ ਪਾਸਟ ਪਾਰਟੀਸੀਪਲ ਕਹੋ ਚਾਹੇ ਵਰਬ ਥਰਡ ਕਹੋ, ਉਹ ਹਮੇਸ਼ਾ ਹੀ ਯੂਜ਼ ਹੋਵੇਗੀ, ਯਾਨੀ ਕਿ ਜਿਹੜਾ ਹੈ ਪੈਸਿਵ ਦੇ ਵਿੱਚ ਵਰਬ ਥਰਡ ਜ਼ਰੂਰ ਯੂਜ਼ ਹੋਵੇਗੀ ਵਿਦ ਹੈਲਪਿੰਗ ਵਰਬ, ਇਹ ਯੂਜ਼ ਹੋਵੇਗੀ। ਇਹ ਥੋੜ੍ਹੇ ਬੇਸਿਕ ਜਿਹੇ ਰੂਲ ਨੇ ਐਕਟਿਵ ਤੋਂ ਪੈਸਿਵ ਬਣਾਉਣ ਦੇ। ਨੈਗੇਟਿਵ ਦੇ ਵੀ ਥੋੜ੍ਹੇ ਇਹੋ ਜਿਹੇ ਰੂਲ ਹੈ, ਬਟ ਇਹਦੇ ਵਿੱਚ ਕੀ ਹੈ ਇੱਕ ਨੈਗੇਟਿਵ ਜਿਵੇਂ ਨੋਟ ਦਾ ਯੂਜ਼ ਕੀਤਾ ਜਾਵੇਗਾ ਅਤੇ ਇੱਕ ਹੈਲਪਿੰਗ ਵਰਬ ਦਾ ਯੂਜ਼ ਕੀਤਾ ਜਾਵੇਗਾ, ਉਹ ਆਪਾਂ ਟੈਂਸ ਦੇ ਅਕੋਰਡਿੰਗ ਪੜ੍ਹ ਲਾਂਗੇ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਹੁਣ ਪ੍ਰੈਜ਼ੈਂਟ ਇੰਡੈਫੀਨਿਟ ਦਾ ਸਿੰਪਲ ਪ੍ਰੈਜ਼ੈਂਟ ਟੈਂਸ। ਇੱਥੋਂ ਆਪਾਂ ਪੜ੍ਹਦੇ ਹਾਂ ਕਿ ਉਹ ਟੈਂਸ ਦੇ ਹੀ ਚੇਂਜ ਹੋਣਗੇ। ਸਿੰਪਲ ਪ੍ਰੈਜ਼ੈਂਟ ਟੈਂਸ ਇਹਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਜਿਹੜਾ ਐਕਟਿਵ ਦੇ ਵਿੱਚ ਹੁੰਦਾ ਹੈ ਇੱਕ ਸਬਜੈਕਟ, ਵਰਬ ਫਸਟ ਦਿੱਤੀ ਹੁੰਦੀ ਹੈ, ਉਹਦੇ ਵਿੱਚ ਐਸ ਜਾਂ ਈ ਐਸ ਵੀ ਲੱਗਿਆ ਹੁੰਦਾ ਹੈ ਜੇਕਰ ਸਬਜੈਕਟ ਆਪਣਾ ਸਿੰਗੂਲਰ ਹੈ ਤਾਂ, ਅਤੇ ਇੱਕ ਹੁੰਦਾ ਹੈ ਓਬਜੈਕਟ। ਜਿਹੜਾ ਕਿ ਕੰਪਲਸਰੀ ਹੈ। ਇਹਦੇ ਵਿੱਚ ਹੈ ਕਿ ਇਸ ਰੂਲ ਦਿੱਤਾ ਹੋਇਆ ਹੈ ਇਜ਼ਐਮਆਰ ਵਰਬ ਥਰਡ ਲਾਣੀ ਹੈ, ਲੇਕਿਨ ਆਪਣਾ ਵੈਸੇ ਫੁੱਲ ਰੂਲ ਕੀ ਹੁੰਦਾ ਹੈ ਸਬਜੈਕਟ ਜਿਹੜਾ ਕਿ ਓਬਜੈਕਟ ਹੈ ਉਹ, ਯਾਨੀ ਕਿ ਆਹ ਜਿਹੜਾ ਓਬਜੈਕਟ ਹੈ ਇੱਥੇ ਸਬਜੈਕਟ ਬਣ ਜਾਏਗਾ। ਮੰਨ ਲਓ ਇੱਕ ਸੈਂਟੈਂਸ ਜਿਵੇਂ ਕਿ ਐਕਟਿਵ ਦਿੱਤਾ ਹੋਇਆ ਕਿ ਮੋਹਨ ਸਿੰਗਸ ਅ ਸੌਂਗ, ਤਾਂ ਇਹਦੇ ਵਿੱਚ ਓਬਜੈਕਟ ਲੱਭਣ ਲਈ ਆਪਾਂ ਨੂੰ ਪੰਜਾਬੀ ਦੇ ਵਿੱਚ ਕੀ ਤੋਂ ਆਨਸਰ ਲੈਣਾ ਪੈਂਦਾ, ਜਿਹੜੇ ਮੋਸਟਲੀ ਆਪਾਂ ਨੂੰ ਓਬਜੈਕਟ ਲੱਭ ਜਾਣਗੇ। ਵਰਬ ਤੋਂ ਆਪਾਂ ਕੁਐਸਚਨ ਕਰਾਂਗੇ ਕਿ ਮੋਹਨ ਕੀ ਗਾਉਂਦਾ ਹੈ, ਸਿੰਗ ਮਤਲਬ ਗਾਉਣਾ, ਅਤੇ ਮੋਹਨ ਕੀ ਗਾਉਂਦਾ ਹੈ, ਆਪਣਾ ਆਨਸਰ ਆਉਂਦਾ ਹੈ ਅ ਸੌਂਗ, ਤਾਂ ਅ ਸੌਂਗ ਜਿਹੜਾ ਹੋ ਗਿਆ ਆਪਣਾ ਓਬਜੈਕਟ ਹੋ ਗਿਆ। ਇਹ ਸੌਂਗ ਆਪਣਾ ਓਬਜੈਕਟ ਹੋ ਗਿਆ, ਇੱਕ ਗਾਣਾ ਗਾਉਂਦਾ ਹੈ ਤਾਂ ਇਹ ਸੌਂਗ ਆਪਾਂ ਸਭ ਤੋਂ ਪਹਿਲਾਂ ਰੱਖਾਂਗੇ। ਦੇਖੋ ਰੂਲ ਇਹ ਹੈ ਕਿ ਜੇਕਰ ਓਬਜੈਕਟ ਦੇ ਵਿੱਚ ਨਾਊਨ ਆ ਜਾਂਦਾ ਹੈ ਤਾਂ ਆਪਾਂ ਸਬਜੈਕਟ ਦੇ ਵਿੱਚ ਸੇਮ ਟੂ ਸੇਮ ਹੀ ਲਿਖਾਂਗੇ, ਜਿਵੇਂ ਕਿ ਇਸਨੇ ਇਹ ਸੌਂਗ ਲਿਖਿਆ ਤਾਂ ਆਪਾਂ ਵੀ ਇਹ ਸੌਂਗ ਲਿਖਾਂਗੇ, ਕੋਈ ਚੇਂਜਸ ਨਹੀਂ ਆਵੇਗਾ, ਠੀਕ ਹੈ। ਅਤੇ ਜੇ ਇਹਦੇ ਵਿੱਚ ਓਬਜੈਕਟ ਦੇ ਵਿੱਚ ਐਕਟਿਵ ਦੇ ਕੋਈ ਪ੍ਰੋਨਾਊਨ ਹੋਵੇ ਤਾਂ ਉਸ ਨੂੰ ਆਪਾਂ ਚੇਂਜ ਕਰਾਂਗੇ। ਉਹ ਕਿਵੇਂ ਚੇਂਜ ਹੋਵੇਗਾ ਉਹ ਅੱਗੇ ਆਪਣੇ ਆਉਣ ਵਾਲੇ ਸੈਂਟੈਂਸ ਦੇ ਅਕੋਰਡਿੰਗ ਆਪਾਂ ਸਮਝ ਲਾਂਗੇ। ਸਭ ਤੋਂ ਪਹਿਲਾਂ ਆਪਾਂ ਇਹ ਸਮਝਣਾ ਹੈ ਕਿ ਮੋਹਨ ਸਿੰਗਸ ਅ ਸੌਂਗ,
ਇਹਦੇ ਵਿੱਚ ऑब्जेक्ट है अ सॉन्ग। ਇਹ सॉन्ग ਤੇ ਇਸ ਲਈ ਸਿੰਪਲ ਪ੍ਰੈਜ਼ੈਂਟ ਜਿਹੜਾ ਟੈਂਸ ਦਾ ਚੇਂਜ ਕਰਦੇ ਹਾਂ, ਇੱਥੇ ਵਰਬ ਫਸਟ ਦਿੱਤੀ ਹੁੰਦੀ ਹੈ। ਜੇ ਵਰਬ ਫਸਟ ਹੈ ਤਾਂ ਤੁਸੀਂ ਇਜ਼ ਐਮ ਆਰ ਦੇ ਵਿੱਚੋਂ ਇੱਕ ਲਾਓਗੇ, ਯਾਨੀ ਕਿ ਸਬਜੈਕਟ ਆਪਾਂ ਰੱਖਾਂਗੇ ਜਿਹੜਾ ऑब्जेक्ट ਸੀ। ਐਕਟਿਵ ਵੋਇਸ ਦਾ ਜਿਹੜਾ ऑब्जेक्ट ਸੀ ਉਹ ਪੈਸਿਵ ਵੋਇਸ ਦਾ ਸਬਜੈਕਟ ਬਣ ਜਾਏਗਾ। ਉਸ ਤੋਂ ਬਾਅਦ ਇੱਕ ਆਪਾਂ ਹੈਲਪਿੰਗ ਵਰਬ ਲਾਵਾਂਗੇ, ਯਾਨੀ ਸੈਂਟੈਂਸ ਜਿਸ ਦੇ ਵਿੱਚ ਵਰਬ ਫਸਟ ਐਸ ਓ ਰੀ ਐਸ ਲੱਗਿਆ, ਯਾਨੀ ਕਿ ਟੈਂਸ ਪ੍ਰੈਜ਼ੈਂਟ ਇੰਡੈਫੀਨਿਟ ਦਾ ਹੈ, ਉਹਦੇ ਵਿੱਚ ਆਪਾਂ ਇਜ਼ ਐਮ ਆਰ ਦੇ ਵਿੱਚੋਂ ਇੱਕ ਲਾਵਾਂਗੇ। ਇਜ਼ ਆਵੇਗਾ ਸਿੰਗੂਲਰ ਦੇ ਲਈ, ਐਮ ਆਏਗਾ ਆਈ ਦੇ ਨਾਲ ਅਤੇ ਆਰ ਆਵੇਗਾ ਪਲੂਰਲ ਦੇ ਲਈ। ਸੈਂਟੈਂਸ ਇੱਥੇ ਹੈ ਕਿ ਇਹ ਸੌਂਗ ਜਿਹੜਾ ਸੈਂਟੈਂਸ ਹੈ ਇਹਦਾ ਸਬਜੈਕਟ ਇਹ ਸੌਂਗ ਯਾਨੀ ਸਿੰਗੂਲਰ ਹੈ, ਤਾਂ ਆਪਾਂ ਯੂਜ਼ ਕਰਾਂਗੇ ਇਜ਼। ਉਸ ਤੋਂ ਬਾਅਦ ਵਰਬ ਥਰਡ ਜਿਹੜੀ ਹਮੇਸ਼ਾ ਹੀ ਪੈਸਿਵ ਦੇ ਵਿੱਚ ਵਰਬ ਥਰਡ ਯੂਜ਼ ਹੋਵੇਗੀ, ਉਹ ਯੂਜ਼ ਕਰਾਂਗੇ। ਤਾਂ ਸਿੰਗ ਦੀ ਜਿਹੜੀ ਵਰਬ ਥਰਡ ਹੈ ਉਹ ਹੁੰਦੀ ਹੈ ਸੰਗ। ਫਸਟ ਵਰਬ ਹੁੰਦੀ ਹੈ ਸਿੰਗ, ਸੈਕਿੰਡ ਸੈਂਗ ਅਤੇ ਥਰਡ ਸੰਗ। ਸਿੰਗ ਸੈਂਗ ਸੰਗ, ਅਤੇ ਆਪਾਂ ਹਮੇਸ਼ਾ ਹੀ ਥਰਡ ਵਰਬ ਦਾ ਯੂਜ਼ ਕਰਾਂਗੇ। ਆਪਾਂ ਇੱਥੇ ਲਿਖਾਂਗੇ ਸੰਗ ਅਤੇ ਆਪਾਂ ਅੱਗੇ ਲਾਵਾਂਗੇ ਪ੍ਰੈਪੋਜੀਸ਼ਨ, ਜਿਹੜੀ ਕਿ ਜ਼ਿਆਦਾਤਰ ਯੂਜ਼ੂਅਲੀ ਕੀ ਹੁੰਦੀ ਹੈ, ਬਾਏ ਯੂਜ਼ ਹੁੰਦੀ ਹੈ। ਅਤੇ ਉਸ ਤੋਂ ਬਾਅਦ ਜਿਹੜਾ ਸਬਜੈਕਟ ਹੈ ਉਸਨੂੰ ऑब्जेक्ट ਦੀ ਥਾਂ 'ਤੇ ਰੱਖਾਂਗੇ, ਅਤੇ ਇੱਥੇ ਆ ਜਾਏਗਾ ऑब्जेक्ट ਜਿਹੜਾ ਕਿ ਸਬਜੈਕਟ ਸੀ। ਇੱਕ ਵਾਰੀ ਫੇਰ ਦੇਖਾਂਗੇ ਇਸ ਸੈਂਟੈਂਸ ਨੂੰ। ਮੋਹਨ ਸਿੰਗਸ ਏ ਸੌਂਗ। ਮੋਹਨ ਇਸ ਦੇ ਵਿੱਚ ਸਬਜੈਕਟ ਹੈ, ਸਿੰਗਸ ਇਸ ਦੇ ਵਿੱਚ ਮੇਨ ਵਰਬ ਹੈ ਅਤੇ ਅ ਸੌਂਗ ਇਸ ਦੇ ਵਿੱਚ ऑब्जेक्ट ਹੈ। ਆਪਾਂ ਕਰਨਾ ਕੀ ਹੈ, ਸਭ ਤੋਂ ਪਹਿਲਾਂ ਜਿਹੜਾ ਆ ऑब्जेक्ट ਹੈ ਇਸਨੂੰ ਸਬਜੈਕਟ ਦੀ ਥਾਂ 'ਤੇ ਰੱਖਾਂਗੇ। ਤਾਂ ਇਹ ਸੌਂਗ ਆਪਣਾ ऑब्जेक्ट ਸੀ, ਇਸਨੂੰ ਆਪਾਂ ਸਬਜੈਕਟ ਦੀ ਥਾਂ 'ਤੇ ਰੱਖਿਆ। ਹੁਣ ਚੇਂਜ ਕਿਉਂ ਨਹੀਂ ਕੀਤਾ ਇਹ ਸੌਂਗ ਦਾ, ਇਹ ਸੌਂਗ ਹੀ ਕਿਉਂ ਆ ਗਿਆ, ਕਿਉਂਕਿ ਇਹ ਇੱਕ ਨਾਊਨ ਹੈ। ਨਾਊਨ ਕਦੇ ਵੀ ਉਸਦਾ ਫਿਰ ऑब्जेक्ट ਤੋਂ ਸਬਜੈਕਟ ਚੇਂਜ ਕਰਦੇ ਟਾਈਮ ਉਹਦਾ ਜਿਹੜਾ ਫੋਰਮੈਟ ਹੈ ਉਹ ਚੇਂਜ ਨਹੀਂ ਕਰਦੇ ਆਪਾਂ। ਅ ਸੌਂਗ ਇੱਕ ਸਿੰਗੂਲਰ ਹੈ, ਇਸ ਦੇ ਲਈ ਆਪਾਂ ਇਜ਼ ਐਮ ਆਰ ਦਾ ਯੂਜ਼ ਕਰਾਂਗੇ, ਕਿਉਂਕਿ ਅੱਗੇ ਵਰਬ ਫਸਟ ਐਸ ਓ ਰੀ ਐਸ ਜਿਹੜਾ ਪ੍ਰੈਜ਼ੈਂਟ ਇੰਡੈਫੀਨਿਟ ਦਾ ਰੂਲ ਲੱਗਿਆ ਹੈ ਉਹ ਹੈ ਇੱਥੇ। ਉਸ ਤੋਂ ਬਾਅਦ ਜਿਹੜੀ ਮੇਨ ਵਰਬ ਹੈ ਇਸ ਨੂੰ ਆਪਾਂ ਥਰਡ ਫੋਰਮ ਦੇ ਰੂਪ ਵਿੱਚ ਚੇਂਜ ਕਰਾਂਗੇ। ਸਿੰਗ ਦੀ ਥਰਡ ਫੋਰਮ ਸੰਗ ਹੁੰਦੀ ਹੈ, ਅਤੇ ਇੱਕ ਜਿਹੜਾ ਪ੍ਰੈਪੋਜੀਸ਼ਨ ਹਮੇਸ਼ਾ ਯੂਜ਼ ਕਰਨੀ ਪੈਂਦੀ ਹੈ ਉਹ ਹੈ ਬਾਏ। ਜ਼ਿਆਦਾਤਰ ਜਿਹੜੀ ਬਾਏ ਯੂਜ਼ ਹੁੰਦੀ ਹੈ, ਬਾਏ ਲਿਖਾਂਗੇ। ਫਿਰ ਜਿਹੜਾ ਸਬਜੈਕਟ ਹੈ ਐਕਟਿਵ ਵੋਇਸ ਦਾ, ਉਸ ਨੂੰ ਪੈਸਿਵ ਦਾ ऑब्जेक्ट ਬਣਾ ਦੇਵਾਂਗੇ। ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਣਾ ਹੈ। ਅਤੇ ਅਗਲਾ ਸੈਂਟੈਂਸ ਆਪਾਂ ਕਰਦੇ ਹਾਂ ਐਕਟਿਵ ਟੂ ਪੈਸਿਵ ਚੇਂਜ। ਅੰਕਲ ਪੋਡਗਰ ਹੈਂਗਸ ਅ ਪਿਕਚਰ। ਤਾਂ ਇਹਦੇ ਵਿੱਚ ਅੰਕਲ ਪੋਡਗਰ ਕੀ ਲਟਕਾ ਰਹੇ ਹੈ, ਹੈਂਗ ਮਤਲਬ ਹੁੰਦਾ ਲਟਕਾਉਣਾ, ਅਤੇ ਕੀ ਲਟਕਾ ਰਹੇ, ਇਹ ਪਿਕਚਰ ਲਟਕਾ ਰਹੇ ਹੈ। ਤਾਂ ਇਹ ਪਿਕਚਰ ਜਿਹੜਾ ਹੋ ਗਿਆ ऑब्जेक्ट ਹੋ ਗਿਆ, ਠੀਕ ਹੈ। ਅਤੇ ਜਿਹੜੀ ਮੇਨ ਵਰਬ ਦਿੱਤੀ ਹੋਈ ਹੈ ਉਹ ਆਪਾਂ ਵੇਖਣੀ ਹੁੰਦੀ ਹੈ ਕਿ ਕਿਹੜੀ ਲੱਗੀ ਹੋਈ ਹੈ। ਇੱਥੇ ਮੇਨ ਵਰਬ ਲੱਗੀ ਹੋਈ ਹੈ ਫਸਟ, ਕਿਉਂਕਿ ਐਸ ਓ ਰੀ ਐਸ ਹਮੇਸ਼ਾ ਫਸਟ ਦੇ ਨਾਲ ਲੱਗਦੇ ਹੈ। ਅਤੇ ਜਦੋਂ ਫਸਟ ਵਰਬ ਦਿੱਤੀ ਹੋਵੇ ਵਿਦਾਊਟ ਐਨੀ ਹੈਲਪਿੰਗ ਵਰਬ, ਤਾਂ ਉਹ ਹਮੇਸ਼ਾ ਹੀ ਸੈਂਟੈਂਸ ਸਿੰਪਲ ਪ੍ਰੈਜ਼ੈਂਟ ਇੰਡੈਫੀਨਿਟ ਹੁੰਦਾ ਹੈ, ਜਾਂ ਸਿੰਪਲ ਪ੍ਰੈਜ਼ੈਂਟ ਹੁੰਦਾ ਹੈ ਜਾਂ ਪ੍ਰੈਜ਼ੈਂਟ ਇੰਡੈਫੀਨਿਟ ਹੁੰਦਾ ਹੈ। ਉਸ ਨੂੰ ਚੇਂਜ ਕਰਨ ਦੇ ਲਈ ਆਪਣੇ ਕੋਲ ਰੂਲ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਸਬਜੈਕਟ ਲੱਗੇਗਾ, ਇਜ਼ ਐਮ ਆਰ, ਵਰਬ ਥਰਡ, ਇੱਕ ਪ੍ਰੈਪੋਜੀਸ਼ਨ ਅਤੇ ऑब्जेक्ट। ਦੇਖੋ ਰੂਲ ਬਿਲਕੁਲ ਆਸਾਨ ਹੈ, ਸਿਰਫ ਜਿਹੜਾ ਹੈਲਪਿੰਗ ਵਰਬ ਹੈ ਆਹੀ ਚੇਂਜ ਹੋਵੇਗੀ ਹਰ ਟੈਂਸ ਦੇ ਵਿੱਚ। ਜਦੋਂ ਪੈਸਿਵ ਬਣਾਓਗੇ ਸਬਜੈਕਟ ਸੇਮ ਰਹਿਣਾ ਹੈ, ਵਰਬ ਥਰਡ ਸੇਮ ਰਹਿਣੀ ਹੈ, ਪ੍ਰੈਪੋਜੀਸ਼ਨ ਵੀ ਲੱਗਣੀ ਹੈ, ऑब्जेक्ट ਵੀ ਲੱਗਣਾ ਹੈ। ਸਿਰਫ ਇਜ਼ ਐਮ ਆਰ ਦੀ ਥਾਂ ਕਦੇ ਵਾਜ਼ ਵਰ ਆ ਜਾਏਗਾ, ਕਦੇ ਹੈਡ ਬੀਨ ਆ ਜਾਏਗਾ, ਇੱਦਾਂ ਦੇ ਕੁਝ ਚੇਂਜਸ ਹੁੰਦੇ ਜਾਣਗੇ, ਲੇਕਿਨ ਜਿਹੜਾ ਫੋਰਮੈਟ ਹੈ ਲਗਭਗ ਇਹੋ ਜਿਹਾ ਰਹੇਗਾ। ਬਸ ਤੁਹਾਨੂੰ ਯਾਦ ਕੀ ਰੱਖਣਾ ਹੈ, ਜਿਹੜਾ ਉੱਪਰ ਵਾਲਾ ਐਕਟਿਵ ਸੈਂਟੈਂਸ ਹੈ ਇਹਦੇ ਵਿੱਚ ਕਿਹੜੇ ਟੈਂਸ ਦੇ ਵਿੱਚ ਕਿਹੜੀ ਵਰਬ ਲੱਗਦੀ ਹੈ ਉਹ ਯਾਦ ਰੱਖਣਾ ਹੈ, ਅਤੇ ਉਹ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਜਦੋਂ ਟੈਂਸ ਪੜ੍ਹਾਂਗੇ ਉਦੋਂ ਕਵਰ ਕਰ ਲਾਂਗੇ। ਵਾਪਸ ਸੈਂਟੈਂਸ 'ਤੇ ਆਉਂਦੇ ਹਾਂ ਕਿ ਅੰਕਲ ਪੋਡਗਰ ਹੈਂਗਸ ਅ ਪਿਕਚਰ। ਅੰਕਲ ਪੋਡਗਰ ਨੇ ਕੀ ਲਟਕਾਇਆ, ਅ ਪਿਕਚਰ। ऑब्जेक्ट ਆਪਣੇ ਕੋਲ ਇਹ ਪਿਕਚਰ ਮਿਲਿਆ, ਤਾਂ ਅ ਪਿਕਚਰ ਯਾਨੀ ਇਹ ਨਾਲ ਹੀ ਹੈ ਪਿਕਚਰ ਦੇ, ਇਹ ਪਿਕਚਰ ਦੀ ਕੁਆਂਟਿਟੀ ਦੱਸਦਾ ਹੈ ਇਹ, ਇਸ ਲਈ ਇਹ ਨਾਲ ਹੀ ਹੈ, ਤਾਂ ਆਪਾਂ ਇਹ ਪਿਕਚਰ ਲਿਖਾਂਗੇ, ਕਦੇ ਵੀ ਪਿਕਚਰ ਜਾਂ ਇਹ ਇਕੱਲਾ ਨਹੀਂ ਲਿਖਾਂਗੇ। ਉਸ ਤੋਂ ਬਾਅਦ ਆਪਾਂ ਜਦੋਂ ऑब्जेक्ट ਮਿਲ ਗਿਆ, ਉਸ ऑब्जेक्ट ਦੇ ਅਕੋਰਡਿੰਗ ਆਪਾਂ ਹੈਲਪਿੰਗ ਵਰਬ ਲਾਵਾਂਗੇ। ਇਸ ਵਰਬ ਦੇ ਲਈ ਹੈਲਪਿੰਗ ਵਰਬ ਹੈ ਇਜ਼ ਐਮ ਆਰ, ਕਿਉਂਕਿ ਪ੍ਰੈਜ਼ੈਂਟ ਸਿੰਪਲ ਦਾ ਸੈਂਟੈਂਸ ਸੀਗਾ, ਅਤੇ ਅ ਪਿਕਚਰ ਇਜ਼ ਸਿੰਗੂਲਰ ਸਬਜੈਕਟ, ਸੋ ਵੀ ਯੂਜ਼ ਇਜ਼। ਉਸ ਤੋਂ ਬਾਅਦ ਵਰਬ ਥਰਡ ਕਰਾਂਗੇ। ਹੈਂਗ ਦੀ ਜਿਹੜੀ ਵਰਬ ਥਰਡ ਹੁੰਦੀ ਹੈ ਉਹ ਹੰਗ ਹੁੰਦੀ ਹੈ। ਇੱਕ ਵਰਬ ਜਿੰਨੀ ਹੋ ਸਕੇ ਮੋਸਟਲੀ ਆਪਾਂ ਨੂੰ ਯਾਦ ਕਰਨੀ ਚਾਹੀਦੀ ਹੈ, ਸੋ ਕਿ ਆਪਾਂ ਸੈਂਟੈਂਸ ਜਿਹੜੇ ਹੈ
ਈਜ਼ੀਲੀ ਸਮਝ ਸਕਣ, ਲਿਖ ਸਕਣ ਜਦੋਂ ਐਗਜ਼ਾਮ ਹੋਵੇ। ਤਾਂ ਇਹਦੀ ਹੈਂਗ ਦੀ ਵਰਬ ਥਰਡ ਹੈ ਹੰਗ, ਵਰਬ ਥਰਡ ਯੂਜ਼ ਹੋ ਗਈ। ਉਸ ਤੋਂ ਬਾਅਦ ਆਪਾਂ ਇੱਕ ਪ੍ਰੈਪੋਜੀਸ਼ਨ ਯੂਜ਼ ਕਰਾਂਗੇ ਜਿਹੜੀ ਬਾਏ ਹੈ, ਅਤੇ ਸਬਜੈਕਟ ਨੂੰ ਓਬਜੈਕਟ ਬਣਾਵਾਂਗੇ। ਸਬਜੈਕਟ ਕੀ ਸੀਗਾ? ਅੰਕਲ ਪੋਡਗਰ। ਅੰਕਲ ਸਿੱਧਾ ਵਰਡ ਨਹੀਂ ਆਵੇਗਾ ਸਬਜੈਕਟ, ਕਿਉਂਕਿ ਪੋਡਗਰ ਇਹਦੀ ਲਿਖਿਆ ਹੋਇਆ ਹੈ ਨਾਲ, ਅਤੇ ਅੰਕਲ ਪੋਡਗਰ ਇੱਕੋ ਹੀ ਵਿਅਕਤੀ ਹੈ, ਤਾਂ ਆਪਾਂ ਲਿਖਾਂਗੇ ਬਾਏ ਅੰਕਲ ਪੋਡਗਰ। ਨੈਕਸਟ ਸੈਂਟੈਂਸ ਆਪਾਂ ਸਮਝਾਂਗੇ ਹਰੀਸ਼ ਪਲੇਜ਼ ਕ੍ਰਿਕਟ। ਇਹ ਕੁਝ ਐਗਜ਼ਾਮਪਲਸ ਨੇ ਤੁਹਾਡੀ ਬੁੱਕ ਦੇ ਵਿੱਚ, ਐਕਟੀਵਿਟੀ ਨੰਬਰ 6 ਹੈ, ਉਹ ਆਪਾਂ ਕਰਾਂਗੇ। ਹਰੀਸ਼ ਪਲੇਜ਼ ਕ੍ਰਿਕਟ, ਇਹਦੇ ਵਿੱਚ ਦੇਖੋ ਓਬਜੈਕਟ ਕੀ ਹੈ? ਹਰੀਸ਼ ਕੀ ਖੇਡਦਾ ਹੈ? ਹਰੀਸ਼ ਖੇਡਦਾ ਹੈ ਕ੍ਰਿਕਟ। ਆਪਣੇ ਕੋਲ ਜਿਹੜਾ ਓਬਜੈਕਟ ਹੈ ਕ੍ਰਿਕਟ ਆ ਗਿਆ, ਤਾਂ ਇਸ ਨੂੰ ਓਬਜੈਕਟ ਨੂੰ ਮੈਂ ਪੈਸਿਵ ਦੇ ਵਿੱਚ ਸਬਜੈਕਟ ਦੀ ਥਾਂ 'ਤੇ ਲਿਖ ਲਵਾਂਗਾ। ਹੁਣ ਮੈਂ ਪੈਸਿਵ ਚੇਂਜ ਕਰ ਰਿਹਾ ਹਾਂ। ਅੱਗੇ ਹੈ ਇਹਨੇ ਦਿੱਤਾ ਹੋਇਆ ਹੈ ਵਰਬ ਫਸਟ। ਇਹ ਵਰਬ ਫਸਟ ਹੈ ਸਬਜੈਕਟ, ਵਰਬ ਫਸਟ, ਐਸਓਰੀਅਸ ਅਤੇ ਓਬਜੈਕਟ। ਇਹ ਜਿਹੜਾ ਫੋਰਮੈਟ ਹੈ ਇਹ ਹਮੇਸ਼ਾ ਹੀ ਪ੍ਰੈਜ਼ੈਂਟ ਇੰਡੈਫੀਨਿਟ ਦਾ ਹੁੰਦਾ ਹੈ। ਅਤੇ ਜਦੋਂ ਫੋਰਮੈਟ ਆਪਾਂ ਨੂੰ ਪ੍ਰੈਜ਼ੈਂਟ ਇੰਡੈਫੀਨਿਟ ਦਾ ਮਿਲਦਾ ਹੈ ਤਾਂ ਆਪਾਂ ਉਸ ਨੂੰ ਐਕਟਿਵ ਤੋਂ ਪੈਸਿਵ ਚੇਂਜ ਕਰਨ ਲਈ ਸਬਜੈਕਟ ਲਿਖਦੇ ਹਾਂ, ਇਜ਼, ਐਮ ਅਤੇ ਆਰ ਭਰਦੇ ਹਾਂ, ਵਰਬ ਥਰਡ, ਪ੍ਰੈਪੋਜੀਸ਼ਨ ਅਤੇ ਓਬਜੈਕਟ ਲਿਖਦੇ ਹਾਂ। ਇਹ ਫੋਰਮੈਟ ਜਿਹੜਾ ਰੂਲ ਹੈ ਇਹ ਜਾਂ ਫਾਰਮੂਲਾ ਇਹ ਸਾਨੂੰ ਯਾਦ ਹੋਣਾ ਚਾਹੀਦਾ ਹੈ। ਤਾਂ ਕ੍ਰਿਕਟ ਜਿਹੜਾ ਵਰਡ ਹੈ ਉਹ ਸਿੰਗੂਲਰ ਹੈ ਜਾਂ ਪਲੂਰਲ, ਇਹ ਵੀ ਪਤਾ ਹੋਣਾ ਚਾਹੀਦਾ ਹੈ। ਤਾਂ ਸਿੰਗੂਲਰ ਹੈ, ਇਸ ਲਈ ਆਪਾਂ ਯੂਜ਼ ਕਰਾਂਗੇ ਇਜ਼ ਦਾ। ਜੇ ਇਹ ਇੱਥੇ ਪਲੂਰਲ ਹੁੰਦਾ ਫਿਰ ਆਪਾਂ ਨੇ ਆਰ ਯੂਜ਼ ਕਰਨਾ ਸੀ, ਅਦਰਵਾਈਜ਼ ਜੇ ਆਈ ਹੁੰਦਾ ਤਾਂ ਐਮ, ਲੇਕਿਨ ਇੱਥੇ ਕੀ ਹੈ? ਸਿੰਗੂਲਰ ਹੈ। ਕ੍ਰਿਕਟ ਇਜ਼। ਹੁਣ ਵਰਬ ਜਿਹੜੀ ਫਸਟ ਦਿੱਤੀ ਹੋਈ ਹੈ ਉਸ ਨੂੰ ਆਪਾਂ ਚੇਂਜ ਕਰਨਾ ਹੈ ਥਰਡ ਦੇ ਵਿੱਚ, ਅਕੋਰਡਿੰਗ ਟੂ ਰੂਲ। ਅਤੇ ਇੱਥੇ ਪਲੇ ਜਿਹੜੀ ਵਰਬ ਹੈ ਇਸ ਦਾ ਥਰਡ ਹੁੰਦੀ ਹੈ ਪਲੇਡ। ਉਸ ਤੋਂ ਬਾਅਦ ਰੂਲ ਦੇ ਅਕੋਰਡਿੰਗ ਇੱਕ ਪ੍ਰੈਪੋਜੀਸ਼ਨ ਆਉਣੀ ਚਾਹੀਦੀ ਹੈ ਜਿਹੜੀ ਇਹਦੇ ਨਾਲ ਲੱਗੇਗੀ ਬਾਏ। ਅਤੇ ਅੱਗੇ ਹੈ ਓਬਜੈਕਟ। ਓਬਜੈਕਟ ਇੱਕ ਨਾਊਨ ਹੈ, ਇਸ ਲਈ ਮੈਂ ਨਾਊਨ ਨੂੰ ਜਿਸ ਤਰ੍ਹਾਂ ਆ ਜੇ। ਨੈਕਸਟ ਹੈ ਸ਼ੀ ਡਜ਼ ਨੋਟ ਲਾਈਕ ਸਿੰਗਿੰਗ। ਹੁਣ ਸਿੰਗਿੰਗ ਵੈਸੇ ਕੀ ਹੁੰਦੀ ਹੈ? ਵਰਬ ਵੀ ਹੁੰਦੀ ਹੈ, ਲੇਕਿਨ ਇੱਥੇ ਓਬਜੈਕਟ ਦੇ ਤੌਰ 'ਤੇ ਯੂਜ਼ ਕੀਤੀ ਜਾਂਦੀ ਹੈ, ਤਾਂ ਇਹ ਇੱਕ ਜ਼ਿਰੰਡ ਫੋਮ ਹੈ। ਜ਼ਿਰੰਡ ਜਿਹੜੇ ਨਾਊਨ ਫਾਈਨਾਈਟ ਦੇ ਵਿੱਚ ਆਉਂਦੀ ਹੈ ਉਹ। ਅਤੇ ਜ਼ਿਰੰਡ ਜਿਹੜਾ ਹੁੰਦਾ ਹੈ ਉਹ ਨਾਊਨ ਜਾਂ ਨਾਊਨ ਦਾ ਕੰਮ ਕਰਦਾ ਹੈ ਕਿਸੇ ਸੈਂਟੈਂਸ ਦੇ ਵਿੱਚ। ਦੇਖੋ ਜਦੋਂ ਵਰਬ ਨਾਊਨ ਦੇ ਤੌਰ 'ਤੇ ਵਰਤੀ ਜਾਵੇ, ਨਾਊਨ ਕਿੱਥੇ ਕਿੱਥੇ ਯੂਜ਼ ਹੁੰਦਾ ਹੈ? ਸਬਜੈਕਟ ਅਤੇ ਓਬਜੈਕਟ ਦੇ ਵਿੱਚ। ਜਦੋਂ ਵਰਬ ਸਬਜੈਕਟ ਜਾਂ ਓਬਜੈਕਟ ਦੇ ਯੂਜ਼ ਕੀਤੀ ਜਾਵੇ, ਆਈਐਨਜੀ ਲੱਗੀ ਹੋਵੇ, ਉਸ ਨੂੰ ਜ਼ਿਰੰਡ ਕਹਿੰਦੇ ਹੈ। ਠੀਕ ਹੈ, ਅਤੇ ਇਹ ਇੱਥੇ ਜ਼ਿਰੰਡ ਜਿਹੜਾ ਹੈ ਉਹ ਕੀ ਹੈ? ਇੱਕ ਓਬਜੈਕਟ ਹੈ। ਆਪਾਂ ਜ਼ਿਰੰਡ ਹੈ ਤਾਂ ਨਾਊਨ ਦਾ ਕੰਮ ਕਰਦਾ ਹੈ, ਨਾਊਨ ਨੂੰ ਆਪਾਂ ਚੇਂਜ ਨਹੀਂ ਕਰਦੇ, ਤਾਂ ਆਪਾਂ ਇੱਥੇ ਸੇਮ ਟੂ ਸੇਮ ਸਿੰਗਿੰਗ ਲਿਖ ਦਾਂਗੇ। ਹੁਣ ਦੇਖੋ ਹਮੇਸ਼ਾ ਯਾਦ ਰੱਖੋ ਜ਼ਿਰੰਡ ਜਿਹੜੀ ਹੁੰਦੀ ਹੈ ਹਮੇਸ਼ਾ ਸਿੰਗੂਲਰ ਆਏਗੀ, ਤਾਂ ਇਸ ਲਈ ਆਪਾਂ ਡੂ ਡਜ਼ ਨੋਟ ਲਿਖਿਆ ਹੈ, ਤਾਂ ਇਹ ਹੁੰਦਾ ਹੈ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ, ਕਿਉਂਕਿ ਡੂ ਡਜ਼ ਹੈਲਪਿੰਗ ਵਰਬ ਤੋਂ ਆਪਾਂ ਨੂੰ ਵੇਖ ਕੇ ਪਤਾ ਲੱਗੇਗਾ ਸੈਂਟੈਂਸ ਪ੍ਰੈਜ਼ੈਂਟ ਇੰਡੈਫੀਨਿਟ ਦਾ ਹੈ। ਇਸ ਲਈ ਆਪਾਂ ਯੂਜ਼ ਕਰਾਂਗੇ ਸਿੰਗਿੰਗ ਇਜ਼। ਸਿੰਗਿੰਗ ਇਜ਼। ਦੇਖੋ ਨੈਗੇਟਿਵ ਸੈਂਟੈਂਸ ਨੂੰ ਨੈਗੇਟਿਵ ਬਣਾਉਣਾ ਹੈ, ਪੋਜ਼ੀਟਿਵ ਨੂੰ ਪੋਜ਼ੀਟਿਵ ਬਣਾਉਣਾ ਹੈ, ਇੰਟੈਰੋਗੇਟਿਵ ਨੂੰ ਇੰਟੈਰੋਗੇਟਿਵ, ਇੰਟੈਰੋਗੇਟਿਵ ਨੈਗੇਟਿਵ ਨੂੰ ਉਸੇ ਤਰ੍ਹਾਂ ਦੇ ਫੋਰਮੈਟ ਦੇ ਵਿੱਚ ਰੱਖਣਾ ਹੈ, ਉਹ ਆਪਾਂ ਚੇਂਜ ਨਹੀਂ ਕਰਨਾ। ਸਿੰਗਿੰਗ ਇਜ਼। ਹੁਣ ਨੋਟ ਆਪਾਂ ਇੱਥੇ ਲਿਖਣਾ ਹੈ। ਨੋਟ ਦੇ ਲਈ ਵੀ ਬੱਚੇ ਕਨਫਿਊਜ਼ ਹੁੰਦੇ ਰਹਿੰਦੇ ਕਿੱਥੇ ਲੱਗੇਗਾ। ਜਿੱਥੇ ਇਹਨੇ ਲਾਇਆ ਉੱਥੇ ਹੀ, ਜਿਵੇਂ ਜਿੱਥੇ ਐਕਟਿਵ ਵੋਇਸ ਦੇ ਵਿੱਚ ਲੱਗਿਆ ਉੱਥੇ ਹੀ ਪੈਸਿਵ ਵੋਇਸ ਦੇ ਵਿੱਚ ਲੱਗੇਗਾ। ਐਕਟਿਵ ਵੋਇਸ ਵਿੱਚ ਕੀ ਹੈ? ਹੈਲਪਿੰਗ ਵਰਬ ਤੋਂ ਬਾਅਦ ਲੱਗਿਆ ਹੈ, ਇੱਥੇ ਵੀ ਆਪਾਂ ਹੈਲਪਿੰਗ ਵਰਬ ਤੋਂ ਬਾਅਦ ਲੱਗਿਆ, ਕਿਉਂਕਿ ਇੱਥੇ ਕੋਈ ਐਕਸਟਰਾ ਵਰਡ ਨਹੀਂ ਐਡ ਕਰ ਰਹੇ ਆਪਾਂ। ਜਾਂ ਨੰਬਰ ਕਾਊਂਟ ਕਰ ਸਕਦੇ ਹੋ, ਤੀਸਰੇ ਨੰਬਰ 'ਤੇ ਹਮੇਸ਼ਾ ਹੀ ਨੋਟ ਆਉਂਦਾ ਹੈ, ਪਹਿਲੇ 'ਤੇ ਸਬਜੈਕਟ, ਫਿਰ ਹੈਲਪਿੰਗ ਵਰਬ, ਫਿਰ ਨੋਟ। ਨੈਕਸਟ ਹੈ ਸਿੰਗਿੰਗ ਇਜ਼ ਨੋਟ। ਹੁਣ ਜਿਹੜੀ ਮੇਨ ਵਰਬ ਹੈ ਉਹ ਹੈ ਲਾਈਕ, ਅਤੇ ਮੇਨ ਵਰਬ ਨੂੰ ਆਪਾਂ ਥਰਡ ਫੋਰਮ ਦੇ ਵਿੱਚ ਚੇਂਜ ਕਰਨਾ ਹੈ। ਸਿੰਗਿੰਗ ਇਜ਼ ਨੋਟ, ਇੱਥੇ ਆ ਜਾਏਗਾ ਲਾਈਕਡ। ਫਿਰ ਆਪਾਂ ਨੂੰ ਪ੍ਰੈਪੋਜੀਸ਼ਨ ਯੂਜ਼ ਕਰਨਾ ਹੈ ਬਾਏ, ਅਤੇ ਓਬਜੈਕਟ ਸਬਜੈਕਟ ਜਿਹੜਾ ਐਕਟਿਵ ਦਾ ਹੈ ਸ਼ੀ। ਦੇਖੋ ਸ਼ੀ ਹੁੰਦਾ ਹੈ ਸਬਜੈਕਟ ਫੋਰਮੈਟ ਪ੍ਰੋਨਾਊਨ, ਸ਼ੀ ਦਾ ਓਬਜੈਕਟ ਹੁੰਦਾ ਹੈ ਹਰ। ਇਹ ਜਿੰਨੇ ਵੀ ਪ੍ਰੋਨਾਊਨ ਚੇਂਜ ਹੁੰਦੇ ਉਹ ਮੈਂ ਫਸਟ ਜਿਹੜਾ ਕਮੈਂਟ ਹੈ ਉਹਦੇ ਵਿੱਚ ਮੈਂ ਲਿਖ ਦਾਂਗਾ ਕਿਹੜਾ ਪ੍ਰੋਨਾਊਨ ਓਬਜੈਕਟ ਦੇ ਵਿੱਚ ਕੀ ਬਣੇਗਾ।
आई दा मी बनता है, वी दा अस होंदा है, यू दा यू होंदा। इसे तरह जिन्ने भी है वो मैं फस्ट ਜਿਹੜਾ ਕਮੈਂਟ ਹੈ ਉਹਦੇ ਵਿੱਚ ਲਿਖ ਦਾਂਗਾ, ਉੱਥੇ ਵੇਖ ਲਿਆ ਜੀ ਤੁਸੀਂ। ਸਿੰਗਿੰਗ ਇਜ਼ ਨੋਟ ਲਾਈਕਡ ਬਾਏ ਸ਼ੀ ਦਾ ਆਬਜੈਕਟ ਕੀ ਹੋਵੇਗਾ? ਹਰ। ਹੁਣ ਵੇਖੋ ਇੱਥੇ ਕਦੇ ਵੀ ਸ਼ੀ ਨਹੀਂ ਲਿਖਾਂਗੇ ਕਿਉਂਕਿ ਲਾਸਟ ਦੇ ਵਿੱਚ ਜਿਵੇਂ ਆਬਜੈਕਟ ਦੀ ਥਾਂ 'ਤੇ ਸਬਜੈਕਟ ਕਦੇ ਵੀ ਨਹੀਂ ਆ ਸਕਦਾ, ਇੱਥੇ ਆਪਾਂ ਹਰ ਹੀ ਲਿਖਾਂਗੇ। ਇਹ ਵੀ ਤੁਹਾਨੂੰ ਥੋੜ੍ਹਾ ਯਾਦ ਕਰਨਾ ਪੈਣਾ ਹੈ। ਤਾਂ ਸੈਂਟੈਂਸ ਬਣ ਗਿਆ ਸ਼ੀ ਡਜ਼ ਨੋਟ ਲਾਈਕ ਸਿੰਗਿੰਗ, ਸਿੰਗਿੰਗ ਇਜ਼ ਨੋਟ ਲਾਈਕਡ ਬਾਏ ਹਰ। ਨੈਕਸਟ ਹੈ ਵੀ ਫਲਾਈ ਕਾਈਟਸ, ਵੀ ਦਾ ਆਬਜੈਕਟ। ਇਹ ਸੈਂਟੈਂਸ ਤੁਸੀਂ ਨਾ ਆਪੇ ਬਣਾਓਗੇ, ਤੁਹਾਡੀ ਥੋੜ੍ਹੀ ਪ੍ਰੈਕਟਿਸ ਹੋ ਜਾਏਗੀ। ਮੀਰਾ ਹੈਲਪਸ ਦਾ ਪੂਅਰ, ਨੈਕਸਟ ਸੈਂਟੈਂਸ। ਅਤੇ ਜਿਹੜਾ ਸੀ ਹੈ ਉਹਦਾ ਕਮੈਂਟ ਦੇ ਵਿੱਚ ਤੁਸੀਂ ਜਵਾਬ ਦਿਆ ਜੇ, ਮੈਂ ਉਹ ਚੈੱਕ ਕਰ ਲਾਂਗਾ ਉੱਥੇ। ਨੈਕਸਟ ਹੈ ਮੀਰਾ ਹੈਲਪਸ ਦਾ ਪੂਅਰ। ਸਭ ਤੋਂ ਪਹਿਲਾਂ ਆਬਜੈਕਟ ਲਿਖਣਾ ਹੈ, ਮੀਰਾ ਹੈਲਪਸ ਦ ਪੂਅਰ, ਮੀਰਾ ਗਰੀਬਾਂ ਦੀ ਮਦਦ ਕਰਦੀ ਹੈ। ਹੁਣ ਦ ਪੂਅਰ ਇਹ ਆਪਣਾ ਹੈ ਆਬਜੈਕਟ, ਅਤੇ ਆਪਾਂ ਲਿਖਾਂਗੇ ਦ ਪੂਅਰ ਦੇਖੋ ਜਦੋਂ ਵੈਸੇ ਐਡਜੈਕਟਿਵ ਹੈ ਪੂਅਰ, ਲੇਕਿਨ ਜਦੋਂ ਐਡਜੈਕਟਿਵ ਦੇ ਨਾਲ ਦ ਦਾ ਯੂਜ਼ ਕੀਤਾ ਜਾਂਦਾ ਹੈ ਉਹ ਤਾਂ ਪੂਰੀ ਜਾਤੀ ਦੀ ਗੱਲ ਕੀਤੀ ਜਾਂਦੀ ਹੈ, ਠੀਕ ਹੈ, ਉਹ ਹਮੇਸ਼ਾ ਹੀ ਪਲੂਰਲ ਹੁੰਦਾ ਹੈ। ਦ ਪੂਅਰ ਆਬਜੈਕਟ ਆਪਾਂ ਨੂੰ ਮਿਲ ਗਿਆ, ਇਹਨੂੰ ਆਪਾਂ ਚੇਂਜ ਨਹੀਂ ਕਰਾਂਗੇ, ਕਿਉਂ? ਕਿਉਂਕਿ ਇਹ ਇੱਕ ਨਾਊਨ ਹੈ। ਦ ਪੂਅਰ ਫਿਰ ਆਪਾਂ ਲਿਖਾਂਗੇ ਆਰ। ਆਰ ਕਿਉਂ ਲਿਖਿਆ? ਕਿਉਂਕਿ ਸੈਂਟੈਂਸ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਸੀ। ਦ ਪੂਅਰ ਆਰ ਮੇਨ ਵਰਬ ਹੈ ਹੈਲਪ, ਹੈਲਪ ਨੂੰ ਆਪਾਂ ਕਰਾਂਗੇ ਥਰਡ ਦੇ ਵਿੱਚ ਚੇਂਜ, ਤਾਂ ਇੱਥੇ ਹੋ ਜਾਏਗਾ ਹੈਲਪਡ। ਇੱਕ ਪ੍ਰੈਪੋਜੀਸ਼ਨ ਯੂਜ਼ ਕਰਾਂਗੇ ਬਾਏ, ਅਤੇ ਮੀਰਾ ਇੱਕ ਨਾਊਨ ਹੈ, ਕੁੜੀ ਦਾ ਨਾਮ ਹੈ, ਤਾਂ ਨਾਊਨ ਕਦੀ ਵੀ ਚੇਂਜ ਨਹੀਂ ਹੁੰਦਾ, ਆਪਾਂ ਮੀਰਾ ਨੂੰ ਸੇਮ ਮੀਰਾ ਹੀ ਲਿਖਾਂਗੇ। ਸੈਂਟੈਂਸ ਬਣ ਜਾਏਗਾ ਦ ਪੂਅਰ ਆਰ ਹੈਲਪਡ ਬਾਏ ਮੀਰਾ। ਨੈਕਸਟ ਸੈਂਟੈਂਸ ਹੈ ਆਈ ਡੂ ਮਾਈ ਵਰਕ। ਆਈ ਡੂ ਮਾਈ ਵਰਕ, ਆਬਜੈਕਟ ਕੀ ਹੈ? ਮਾਈ ਹੈ ਜਾਂ ਵਰਕ, ਲੇਕਿਨ ਇੱਥੇ ਕੀ ਹੁੰਦਾ ਹੈ ਮਾਈ ਵਰਕ ਪੂਰਾ ਹੈ, ਕਿਉਂਕਿ ਦੇਖੋ ਮਾਈ ਕਦੇ ਵੀ ਇਕੱਲਾ ਆਬਜੈਕਟ ਜਾਂ ਸਬਜੈਕਟ ਨਹੀਂ ਆਉਂਦਾ, ਕਿਉਂਕਿ ਮਾਈ ਵੈਸੇ ਇੱਕ ਕੀ ਹੈ ਐਡਜੈਕਟਿਵ ਹੈ। ਐਡਜੈਕਟਿਵ ਹੈ ਕਿਉਂਕਿ ਇਹ ਨਾਊਨ ਤੋਂ ਪਹਿਲਾਂ ਯੂਜ਼ ਹੋ ਰਿਹਾ ਹੈ, ਤਾਂ ਮਾਈ ਵਰਕ ਜਿਹੜਾ ਹੈ ਇਕੱਠਾ ਹੀ ਆਵੇਗਾ, ਮਾਈ ਨੂੰ ਕਿਤੇ ਚੇਂਜ ਨਹੀਂ ਕਰਨਾ ਕਿਸੇ ਦੇ ਵਿੱਚ ਹੀ, ਮਾਈ ਵਰਕ। ਮਾਈ ਵਰਕ, ਹੁਣ ਮਾਈ ਵਰਕ ਜਿਹੜਾ ਹੈ ਉਹ ਸਿੰਗੂਲਰ ਹੈ, ਮਾਈ ਵਰਕ ਇਜ਼। ਇੱਥੇ ਜਿਹੜਾ ਡੂ ਹੈ ਹੈਲਪਿੰਗ ਵਰਬ ਨਹੀਂ ਹੈ, ਇਹ ਮੇਨ ਵਰਬ ਹੈ, ਕਿਉਂਕਿ ਡੂ ਡਜ਼ ਜੇ ਹੈਲਪਿੰਗ ਵਰਬ ਹੁੰਦੀ ਤਾਂ ਉਸ ਤੋਂ ਬਾਅਦ ਕੋਈ ਮੇਨ ਵਰਬ ਆਣੀ ਸੀ, ਜਿਸ ਤਰ੍ਹਾਂ ਗੋ ਹੈ, ਸਿੰਗ ਹੈ, ਹੈਲਪ ਹੈ, ਵੋਚ ਹੈ, ਠੀਕ ਹੈ, ਇਸ ਤਰ੍ਹਾਂ ਫਲਾਈ ਹੈ। ਇੱਥੇ ਇਹ ਮੇਨ ਵਰਬ ਹੈ, ਤਾਂ ਜਿਹੜੀ ਡੂ ਹੈ ਇਹ ਫਸਟ ਵਰਬ ਡੂ, ਇਹਦੀ ਸੈਕਿੰਡ ਵਰਬ ਹੁੰਦੀ ਹੈ ਡਿਡ, ਅਤੇ ਇਹਦੀ ਥਰਡ ਵਰਬ ਹੁੰਦੀ ਹੈ ਡਨ। ਮਾਈ ਵਰਕ ਇਜ਼ ਡਨ। ਪ੍ਰੈਪੋਜੀਸ਼ਨ ਬਾਈ, ਅਤੇ ਜਿਹੜਾ ਆਈ ਹੈ ਇਹ ਸਬਜੈਕਟ ਦੀ ਥਾਂ 'ਤੇ ਹੈ, ਤਾਂ ਇਸ ਨੂੰ ਆਪਾਂ ਆਬਜੈਕਟ ਲਿਖਾਂਗੇ, ਤਾਂ ਇੱਥੇ ਕੀ ਆ ਜਾਏਗਾ ਆਈ ਦਾ ਬਣ ਜਾਏਗਾ ਮੀ। ਮਾਈ ਵਰਕ ਇਜ਼ ਡਨ ਬਾਈ ਮੀ। ਨੈਕਸਟ ਸੈਂਟੈਂਸ ਹੈ ਐਫ, ਹਾਮਿਦ ਡਜ਼ ਹਿਜ਼ ਹੋਮਵਰਕ। ਇਹ ਸੈਂਟੈਂਸ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਲਿਖ ਸਕਦੇ ਹੋ ਇਹਦਾ ਆਨਸਰ, ਕਿਉਂਕਿ ਇਹ ਅਤੇ ਆਹ ਇੱਕੋ ਵਰਗਾ ਹੀ ਹੈ। ਇਹਦੇ ਵਿੱਚ ਕੀ ਹੈ ਹਿਜ਼ ਜਿਹੜਾ ਲਿਖਿਆ ਹੋਇਆ ਹੈ ਇਹ ਆਬਜੈਕਟ ਹੈ ਜਾਂ ਐਡਜੈਕਟਿਵ, ਇਹ ਤੁਸੀਂ ਕਮੈਂਟ ਦੇ ਵਿੱਚ ਲਿਖ ਕੇ ਦੱਸੋਗੇ, ਤੁਹਾਡੀ ਥੋੜ੍ਹੀ ਪ੍ਰੈਕਟਿਸ ਹੋ ਜਾਏਗੀ। ਨੈਕਸਟ ਸੈਂਟੈਂਸ ਜਿਹੜਾ ਜੀ ਹੈ ਇਹ ਮੈਂ ਕਰਦਾ ਹਾਂ। ਜਿਹੜੇ ਇੱਕੋ ਵਰਗੇ ਸੈਂਟੈਂਸ ਹੈ ਉਹ ਮੈਂ ਨਹੀਂ ਕਰਾਂਗਾ, ਉਹ ਤੁਸੀਂ ਆਪੇ ਉੱਪਰ ਵਾਲਾ ਸਮਝ ਕੇ ਕਰ ਸਕਦੇ ਹੋ। ਹਾਮਿਦ ਡਜ਼ ਜੀ ਹੈ ਦ ਬੋਇਜ਼ ਡੂ ਨੋਟ ਵਾਚ ਟੈਲੀਵਿਜ਼ਨ। ਹੁਣ ਆਬਜੈਕਟ ਲੱਭਣ ਲਈ ਆਪਾਂ ਕੀ ਕਰਦੇ ਹਾਂ, ਵਟ ਤੋਂ ਆਨਸਰ ਕਰਦੇ ਹਾਂ, ਜਾਂ ਪੰਜਾਬੀ ਦੇ ਵਿੱਚ ਵਰਬ ਨੂੰ ਕੀ ਤੋਂ ਆਨਸਰ ਕਰਦੇ ਹਾਂ। ਇੱਥੇ ਆਪਾਂ ਆਨਸਰ ਕਰਕੇ ਵੇਖਦੇ ਹਾਂ ਕਿ ਵਾਚ ਮਤਲਬ ਹੁੰਦਾ ਹੈ ਵੇਖਣਾ, ਬੋਇਜ਼ ਕੀ ਨਹੀਂ ਵੇਖਦੇ ਹੈ, ਆਨਸਰ ਹੈ
ਟੈਲੀਵਿਜ਼ਨ। ऑब्जेक्ट अपने कोल मिल गया ਟੈਲੀਵਿਜ਼ਨ। ਹੁਣ ਜਿਹੜੀ ਹੈਲਪਿੰਗ ਵਰਬ ਐਕਟਿਵ ਦੀ ਹੈ ਡੂ ਡਜ਼, ਉਹ ਹਮੇਸ਼ਾ ਹੀ ਪ੍ਰੈਜ਼ੈਂਟ ਇੰਡੈਫੀਨਿਟ ਦੀ ਹੁੰਦੀ ਹੈ। ਤਾਂ ਪ੍ਰੈਜ਼ੈਂਟ ਇੰਡੈਫੀਨਿਟ ਅਗਰ ਐਕਟਿਵ ਹੈ ਤਾਂ ਉਸਨੂੰ ਪੈਸਿਵ ਦੇ ਵਿੱਚ ਚੇਂਜ ਕਰਨ ਲਈ ਇਜ਼ ਐਮ ਆਰ ਵਰਬ ਥਰਡ ਲਾਵਾਂਗੇ। ਟੈਲੀਵਿਜ਼ਨ ਇੱਕ ਸਿੰਗੂਲਰ ਹੈ ਤਾਂ ਇੱਥੇ ਲਾਵਾਂਗੇ ਇਜ਼। ਹੁਣ ਜਿਹੜਾ ਨੋਟ ਲਿਖਿਆ ਹੋਇਆ ਹੈ ਉਹ ਨੈਗੇਟਿਵ ਸੈਂਟੈਂਸ ਨੂੰ ਨੈਗੇਟਿਵ ਹੀ ਰੱਖਾਂਗੇ, ਤਾਂ ਆਪਾਂ ਵੀ ਇੱਥੇ ਨੋਟ ਰੱਖਾਂਗੇ। ਉਸ ਤੋਂ ਬਾਅਦ ਜਿਹੜੀ ਮੇਨ ਵਰਬ ਹੈ ਵਾਚ, ਉਸ ਨੂੰ ਕਰਾਂਗੇ ਥਰਡ। ਵਾਚ ਵਰਬ ਹੁੰਦੀ ਹੈ ਫਸਟ, ਸੈਕਿੰਡ ਦੇ ਵਿੱਚ ਈ ਡੀ ਲੱਗਦਾ ਹੈ, ਥਰਡ ਦੇ ਵਿੱਚ ਵੀ ਈ ਡੀ ਲੱਗਦਾ ਹੈ। ਹੁਣ ਵੇਖੋ ਕਨਫਿਊਜ਼ਨ ਹੁੰਦੀ ਹੈ ਕਿ ਥਰਡ ਦੋਨਾਂ ਦੇ ਵਿੱਚ ਜਦੋਂ ਈ ਡੀ ਲੱਗ ਰਿਹਾ ਤਾਂ ਥਰਡ ਕਿਹੜੀ ਹੈ, ਸੈਕਿੰਡ ਕਿਹੜੀ ਹੈ। ਤਾਂ ਜਿਹੜੀ ਥਰਡ ਹੁੰਦੀ ਹੈ ਉਸ ਤੋਂ ਪਹਿਲਾਂ ਕੋਈ ਨਾ ਕੋਈ ਹੈਲਪਿੰਗ ਵਰਬ ਹੁੰਦੀ ਹੈ, ਲੇਕਿਨ ਸੈਕਿੰਡ ਤੋਂ ਪਹਿਲਾਂ ਕਦੇ ਵੀ ਹੈਲਪਿੰਗ ਵਰਬ ਨਹੀਂ ਲੱਗਦੀ। ਤਾਂ ਆਪਾਂ ਨੂੰ ਉਸ ਤੋਂ ਪਤਾ ਲੱਗ ਸਕਦਾ ਹੈ। ਟੈਲੀਵਿਜ਼ਨ ਇਜ਼ ਨੋਟ watched। ਇੱਕ ਪ੍ਰੈਪੋਜੀਸ਼ਨ ਯੂਜ਼ ਕਰਾਂਗੇ ਬਾਏ, ਤੇ ਅੱਗੇ ਹੈ ਦ ਬੋਇਜ਼, ਤੇ ਦ ਬੋਇਜ਼ ਨੂੰ ਆਪਾਂ ਸੇਮ ਹੀ ਲਿਖਦਾ ਕਿਉਂਕਿ ਨਾਊਨ ਚੇਂਜ ਨਹੀਂ ਹੁੰਦੀ। ਸੈਂਟੈਂਸ ਬਣ ਜਾਏਗਾ ਟੈਲੀਵਿਜ਼ਨ ਇਜ਼ ਨੋਟ ਵਾਚਡ ਬਾਏ ਦ ਬੋਇਜ਼। ਨੈਕਸਟ ਸੈਂਟੈਂਸ ਹੈ ਇੰਟੈਰੋਗੇਟਿਵ ਫੋਰਮ ਦੇ ਵਿੱਚ, ਯਾਨੀ ਕਿ ਹੈਲਪਿੰਗ ਵਰਬ ਜਦੋਂ ਪਹਿਲਾਂ ਲੱਗੇ ਤਾਂ ਉਹ ਇੰਟੈਰੋਗੇਟਿਵ ਫੋਰਮ ਹੁੰਦੀ ਹੈ, ਤੇ ਲਾਸਟ ਦੇ ਵਿੱਚ ਇੰਟੈਰੋਗੇਟਿਵ ਮਾਰਕ ਵੀ ਦੇਖ ਸਕਦੇ ਹੋ। ਡਜ਼ ਦ ਕੋਬਲਰ ਮੈਂਡ ਮਾਈ ਸ਼ੂਜ਼। ਡਜ਼ ਇੱਥੇ ਹੈਲਪਿੰਗ ਵਰਬ ਹੈ। ਹੈਲਪਿੰਗ ਵਰਬ ਨੂੰ ਵੇਖ ਕੇ ਮੋਸਟਲੀ ਕੀ ਹੁੰਦਾ, ਟੈਂਸ ਦਾ ਪਤਾ ਲੱਗਦਾ ਹੈ, ਲੇਕਿਨ ਜਦੋਂ ਹੈਲਪਿੰਗ ਵਰਬ ਨਹੀਂ ਹੁੰਦੀ ਉਦੋਂ ਮੇਨ ਵਰਬ ਵੇਖਦੇ ਹਾਂ। ਤਾਂ ਡਜ਼ ਜਿਹੜੀ ਹੈ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਲੱਗਦੀ ਹੈ, ਤੇ ਪ੍ਰੈਜ਼ੈਂਟ ਇੰਡੈਫੀਨਿਟ ਨੂੰ ਪੈਸਿਵ ਦੇ ਵਿੱਚ ਚੇਂਜ ਕਰਨ ਲਈ ਉਹੀ ਰੂਲ, ਸਬਜੈਕਟ ਇਜ਼ ਐਮ ਆਰ ਵਰਬ ਥਰਡ। ਜਦੋਂ ਇੰਟੈਰੋਗੇਟਿਵ ਹੋਵੇ ਇੱਥੇ ਹੈਲਪਿੰਗ ਵਰਬ ਪਹਿਲਾਂ ਹੈ ਤਾਂ ਆਪਾਂ ਵੀ ਪਹਿਲਾਂ ਰੱਖਾਂਗੇ। ਆਪਣੀ ਹੈਲਪਿੰਗ ਵਰਬ ਹੈ ਇਜ਼ ਐਮ ਆਰ, ਤਾਂ ਇਹਦਾ ਰੂਲ ਹੋਵੇਗਾ ਕਿ ਇਜ਼ ਐਮ ਅਤੇ ਆਰ ਪਹਿਲਾਂ ਆਵੇਗਾ, ਫਿਰ ਸਬਜੈਕਟ ਆਵੇਗਾ। ਜੇ ਨੋਟ ਹੈ ਤਾਂ ਇੱਥੇ ਆ ਜਾਏਗਾ, ਨਹੀਂ ਤਾਂ ਸਿੱਧੀ ਵਰਬ ਥਰਡ, ਪ੍ਰੈਪੋਜੀਸ਼ਨ, ऑब्जेक्ट, क्वेश्चन मार्क ਇੱਥੇ ਲੱਗ ਜਾਏਗਾ। ਅਗਰ ਕੋਈ WH ਵਰਡ ਹੈ ਵਟ, ਵੈਨ, ਵੇਅਰ, ਉਹ ਇੱਥੇ ਲੱਗ ਜਾਏਗਾ, ਉਹਦਾ ਹੈਲਪਿੰਗ ਵਰਬ ਦੇ ਨਾਲ ਕੋਈ ਰਿਲੇਟ ਨਹੀਂ ਹੈ। ਹੈਲਪਿੰਗ ਵਰਬ ਹਮੇਸ਼ਾ ਹੀ ਸਬਜੈਕਟ ਦੇ ਅਕੋਰਡਿੰਗ ਲੱਗੇਗੀ। ਤਾਂ ਇਹਦਾ ਆਨਸਰ ਬਣ ਜਾਏਗਾ, ਸਭ ਤੋਂ ਪਹਿਲਾਂ ਆਪਾਂ ਲੱਭਣਾ ਹੈ ਇਹਦਾ ऑब्जेक्ट। ਡਜ਼ ਦ ਕੋਬਲਰ ਮੈਂਡ ਮਾਈ ਸ਼ੂਜ਼, ਤਾਂ ਇੱਥੇ ऑब्जेक्ट ਹੈ ਮਾਈ ਸ਼ੂਜ਼। ਮਾਈ ਨੂੰ ਨਹੀਂ ਛੱਡਣਾ, ਨਾ ਸ਼ੂਜ਼ ਨੂੰ ਅਲੱਗ ਕਰਨਾ ਹੈ, ਮਾਈ ਸ਼ੂਜ਼ ਇੱਕੋ ਹੀ ਹੈ, ਠੀਕ ਹੈ। ਤੇ ਇਸ ਦੇ ਲਈ ਜਿਹੜਾ ਆਪਣਾ ਸਬਜੈਕਟ ਬਣ ਜਾਏਗਾ ਮਾਈ ਸ਼ੂਜ਼। ਸ਼ੂਜ਼ ਹੁਣ ਪਲੂਰਲ ਹੈ ਇਸ ਲਈ ਆਪਾਂ ਯੂਜ਼ ਕਰਾਂਗੇ ਆਰ, ਲੇਕਿਨ ਇੱਥੇ ਕੀ ਹੈ ਹੈਲਪਿੰਗ ਵਰਬ ਪਹਿਲਾਂ ਲੱਗੀ ਹੋਈ ਹੈ ਕਿਉਂਕਿ ਆਪਾਂ ਇੰਟੈਰੋਗੇਟਿਵ ਬਣਾਉਣਾ ਹੁੰਦਾ ਹੈ। ਤੇ ਇੰਟੈਰੋਗੇਟਿਵ ਬਣਾਉਣ ਦੇ ਲਈ ਆਪਾਂ ਵੀ ਪਹਿਲਾਂ ਹੀ ਹੈਲਪਿੰਗ ਵਰਬ ਯੂਜ਼ ਕਰਾਂਗੇ। ਤਾਂ ਇੱਥੇ ਆ ਜਾਏਗਾ ਆਰ ਮਾਈ ਸ਼ੂਜ਼, ਹੈਲਪਿੰਗ ਵਰਬ ਪਹਿਲਾਂ ਫਿਰ ਮਾਈ ਸ਼ੂਜ਼। ਇਹ ਅੱਗੇ ਹੈ ਮੈਂਡ। ਮੈਂਡ ਜਿਹੜੀ ਥਰਡ ਵਰਬ ਹੁੰਦੀ ਹੈ, ਮੈਂਡ ਦੀ ਜਿਹੜੀ ਥਰਡ ਵਰਬ ਹੁੰਦੀ ਹੈ ਉਹ ਹੈ ਮੈਂਡਡ। ਆਰ ਮਾਈ ਸ਼ੂਜ਼, ਫਿਰ ਆਪਾਂ ਵਰਬ ਥਰਡ ਲਿਖਾਂਗੇ ਮੈਂਡਡ। ਅੱਗੇ ਹੈ ਪ੍ਰੈਪੋਜੀਸ਼ਨ ਬਾਏ, ਸਬਜੈਕਟ ਆਪਣੇ ਕੋਲ ਹੈ ਦ ਕੋਬਲਰ। ਇਹ ਵੀ ਨਾउन ਹੈ ਤਾਂ ਨਾउन ਚੇਂਜ ਨਹੀਂ ਹੁੰਦੀ, ਆਪਾਂ ਲਿਖ ਲਾਂਗੇ ਬਾਏ ਦ ਕੋਬਲਰ। ਆਰ ਮਾਈ ਸ਼ੂਜ਼ ਮੈਂਡਡ ਬਾਏ ਦ ਕੋਬਲਰ। ਨੈਕਸਟ नेक्स्ट सेंटेंस शी हेट्स लायर्स। वो लायर्स नू नफरत करती है। ऑब्जेक्ट है लायर्स, LIERS, लायर्स। तो इत्थे जिहड़ा वर्ब फस्ट एस और इस लग गया है तो ये सेंटेंस हो गया प्रेजेंट इंडेफिनेट। तो आप यूज़ करांगे इज़ एम आर, प्लूरल है इसलिए आप यूज़ करांगे आर। हेट दी थर्ड वर्ब हेटेड, प्रैपोजिशन बाय, तो शी बन जाएगा हर। नेक्स्ट डू चिल्ड्रन लाइक स्वीट्स। ये भी इंटरोगेटिव है, हेल्पिंग वर्ब पहला है तो अपने भी हेल्पिंग वर्ब पहला लिखांगे। स्वीट्स पहला आप ऑब्जेक्ट लभांगे,
स्वीट्स उसके अकॉर्डिंग आप लावांगे हेल्पिंग वर्ब, तो इत्थे लग जाएगा आर स्वीट्स वर थर्ड लाइक्ड बाय चिल्ड्रन। फिर क्वेश्चन ये सीगा प्रेजेंट इंडेफिनिट। हुण अगे गल करते हाँ पास्ट इंडेफिनिट की। जिवें प्रेजेंट इंडेफिनिट दे विच अपने पछाण दे लई अपने कोल डू डज सीगा वर्ब फस्ट SODS सी। इहदे विच मिलेगा आपां नूं डिड अते नैगेटिव दे नैगेटिव विच डिड मिलेगा, इंटरोगेटिव दे विच भी डिड मिलेगा, ते पॉजिटिव सेंटेंस है उहदे विच आपां नूं वर्ब सैकेंड मिलेगी। जदों कन्फ्यूजन होवे वर्ब सैकेंड अते थर्ड दे लई तां रूल याद रखना है कि सैकेंड तो पहलां कदे भी हेल्पिंग वर्ब नहीं लगदी। एक्टिव सेंटेंस है कपिल देव ब्रोक द रिकॉर्ड, तो इत्थे ऑब्जेक्ट है द रिकॉर्ड, आपां ऑब्जेक्ट नूं सबजैक्ट बना लांगे। इसलिए अगे है वर्ब सैकेंड, पहली हुंदी है ब्रेक फिर ब्रोक ब्रोकन। तो जी सैकेंड वर्ब तो पता लगता है टेंस है पास्ट इंडेफिनिट का, तो पास्ट इंडेफिनिट दे विच लगेगा वॉज वर्ब। बस हैल्पिंग वर्ब ही चेंज होंदी जाती है, बाकी सारा फॉर्मेट सेम है। तो आपां हैल्पिंग वर्ब लिखांगे वॉज जां वर विचों। वॉज हुंदी है सिंगुलर दे नाल ते वर हुंदा है प्लूरल दे नाल। ये सिंगुलर है तो द रिकॉर्ड वॉज, आपां वॉज यूज़ करांगे। ब्रोक दी थर्ड वर्ब ब्रोकन, एक प्रैपोजिशन बाय ते कपिल देव जिहड़ा वर्ड लिखा हुआ है ये नाउन है, तो नाउन चेंज नहीं होंदी, सेम लिखेंगे। नेक्स्ट द प्रिंसिपल पनिश्ड द बॉयज़। एक्टिव सेंटेंस द प्रिंसिपल इत्थे सबजैक्ट है, पनिश्ड वर्ब है। देखो पनिश जिहड़ी वर्ब हुंदी है वो फस्ट हुंदी है, सैकेंड दे विच इत्थे लास्ट दे विच ईडी लगदा है, थर्ड दे विच भी ईडी लगदा है, यानी पनिश्ड पनिश्ड। जदों दोवें वर्ब इक्को जी होण तां पता लगाउण दे लई भी थर्ड है जां सैकेंड आपां देखांगे सैकेंड तो पहलां कदे भी हैल्पिंग वर्ब नहीं लगता। इत्थे कोई हैल्पिंग वर्ब नहीं है तो ये वर्ब है सैकेंड अते अगे है ऑब्जेक्ट द बॉयज़। द बॉयज़ नूं आपां रखांगे सबजैक्ट की थां ते पैसिव दे विच, ते द बॉयज़ प्लूरल है इसलिए इत्थे यूज़ होवेगा वर अते वर्ब सैकेंड नूं थर्ड करांगे। हुण वेखो दोवें वर्ब्स इक्को वर्गी है देखण दे विच, लेकिन इत्थे हैल्पिंग वर्ब लगी हुई है मीनस ये वर्ब थर्ड है ते उपर वाली वर्ब सैकेंड। फिर आपां बाय लावांगे अते द प्रिंसिपल सेम लिख दांगे, क्योंकि द प्रिंसिपल भी एक नाउन है ते नाउन मैं बार बार रिपीट कर रहा चेंज नहीं होंदी। नैक्सट कुछ एग्जाम्पल्स है जिहड़ी आपां पढ़ांगे। रमा लोस्ट हिज बुक, ऑब्जेक्ट है हिज बुक, हिज कल्ला नहीं है, देखो ही इस दा ऑब्जेक्ट हुंदा है हिम, तो जे इत्थे हिम हुंदा फिर आपां ही करना सी, लेकिन इत्थे हिज है, हिज एक एडजैक्टिव का कम कर रहा है, इत्थे आ जाएगा हिज बुक। उस तो बाद है वर्ब सैकेंड लिखी हुई, तो सैकेंड होंदी है तो वॉज वर्ब लिखांगे। हिज बुक एक सिंगुलर है इसलिए इत्थे आ जाएगा हिज बुक वॉज। लॉस्ट दी थर्ड फॉर्म भी लॉस्ट होंदी है। अगे प्रैपोजिशन बाय रामा, ये नाउन है तो नाउन कभी चेंज नहीं होंदी। हिज बुक वॉज लॉस्ट बाय रामा। दे वेलकम्ड मी, इहदे विच दोवें ही जिहड़े है प्रोनाउन है, तो मी जिहड़ा है आई दा ऑब्जेक्ट है, लेकिन ये ऑब्जेक्ट होंदा है ये सबजैक्ट होंदा है। अपनी जगह ये है सबजैक्ट दी, तो ऑब्जेक्ट दी फैमिली चों ही इक्को ही आवेगा, तो मी दे लई आपां लिखांगे आई। उस तो बाद वर्ब सैकेंड दित्ती हुई है तो वॉज जां वर आवेगा, तो आई दे नाल हमेशा ही वॉज यूज़ होवेगा, आई वॉज। वर्ब थर्ड इनदी सेम ही होंदी है वेलकम्ड। प्रैपोजिशन बाय यूज़ करांगे अते दे दा जिहड़ा ऑब्जेक्ट हुंदा है वो हुंदा है दैम, इत्थे आपां लिखांगे दैम। दे वेलकम्ड मी, आई वॉज वेलकम्ड बाय दैम। नैक्सट मीना रोट अ लैटर, इसमें तुसी ऑब्जेक्ट दे विच सॉरी कमेंट दे विच तुसी लिखोगे इन द आंसर। नैक्सट है मोहन डिड नॉट सिंग ए सॉन्ग,
ਨੈਕਸਟ ਆਪਾਂ ਕਰਾਂਗੇ ਮੋਹਨ ਡਿਡ ਨੋਟ ਸਿੰਗ ਏ ਸੌਂਗ। ਮੋਹਨ ਕੀ ਨਹੀਂ ਗਾਉਂਦਾ ਸੀ, ਤੇ ਹੈ ऑब्जेक्ट ए सॉन्ग। डिड लग गया है, वॉज वर लावांगे। ए सॉन्ग सिंगुलर है तो वॉज यूज़ हो जाएगा। नोट है, नोट यूज़ हो जाएगा। उस तो बाद सिंग दी वर्ब थर्ड, सिंग सैंग अते संग। प्रैपोजिशन बाय, मोहन दी थां ते मोहन लिखांगे क्योंकि नाउन चेंज नहीं होंगे। अ सॉन्ग वॉज नॉट संग बाय मोहन। नेक्स्ट, राधा डिड नॉट ड्रिंक कॉफ़ी, अपने आप करोगे। हरीश डिड नॉट पेंट अ पिक्चर, बिल्कुल आसान है, ऊपर वाले वर्गा ही है, अपने आप करोगे, थोड़ी प्रैक्टिस हो जाएगी। नेक्स्ट, डिड द बॉयज़ फ्लाई काइट्स, इंटरोगेटिव मैं करा देना हाँ। डिड लगी है हैल्पिंग वर्ब अगे, इसलिए ये इंटरोगेटिव है, तो ਆਪਾਂ भी अगे रखांगे अपनी जिहड़ी भी हैल्पिंग वर्ब है। फ्लाई काइट्स, डिड द बॉयज़ फ्लाई काइट्स, ਤਾਂ ऑब्जेक्ट है काइट्स, ਤੇ काइट एक नाउन है, ਤਾਂ ਇਸ ਲਈ ਆਪਾਂ ਇਸ ਨੂੰ सेम लिखांगे। तो इस वर्ड ਜਿਹੜਾ काइट्स वर्ड है प्लूरल, हैल्पिंग वर्ब पहला लगी है, अपने भी पहला लिखांगे। वर्ब काइट्स, इसने हेल्पिंग वर्ब फिर सब्जेक्ट, अपने भी हेल्पिंग वर्ब सब्जेक्ट, फिर इसने वर्ब थर्ड फस्ट लाई है क्योंकि डिड तो बाद वर्ब फस्ट आती है, तो डिड तो आप वेखना होंगे टेंस। वर्ब काइट्स, वर्ब जी थर्ड होती है फ्लाई, फ्लू, फ्लॉन। फिर आप प्रैपोजिशन यूज़ करांगे बाय, तो अगे आ जाएगा लास्ट के विच ऑब्जेक्ट द बॉयज़, क्योंकि नाउन चेंज नहीं होता। तो फिर क्वेश्चन मार्क लाना ना भूलना। वर काइट्स फ्लोन बाय द बॉयज़। नेक्स्ट, डिड यू क्लोज द डोर, हेल्पिंग वर्ब पहला, फिर सब्जेक्ट, मेन वर्ब, ऑब्जेक्ट द डोर। ए एंड द हमेशा ही उस वर्ड के नाल ही रखने हैं क्योंकि एक कल्ले नहीं आते। तो जी डिड है हैल्पिंग वर्ब पहला लगी है, आप भी लिखांगे, तो इत्थे आ जाएगा वॉज। वॉज द डोर, वॉज द डोर। उस तो बाद है मीन वर्ब, लेकिन आप यूज़ करांगे हैल्पिंग वर्ब आप कर चुके हैं, आप यूज़ करांगे वर्ब थर्ड। वॉज द डोर क्लोज्ड। प्रैपोजिशन बाय, तो यू का जो ऑब्जेक्ट होंदा है वो सेम ही होंदा है, फिर क्वेश्चन मार्क, यू का ऑब्जेक्ट यू ही होंदा है। नैक्सट, ये सेंटेंस तुसी आपे करोगे। नैक्सट है द प्राइम मिनिस्टर ऑनर्ड सचिन तेंदुलकर, ये मैं करदा हाँ। इत्थे की है सचिन तेंदुलकर एक खिडारी का नाम है, तो इक्को ही खिडारी का नाम है, तो अपने वैसे अंडरस्टूड हो गया कि ये जिहड़ा है सिंगुलर है। सचिन तेंदुलकर। वर्ब सेकंड लगी है मतलब पास्ट इंडेफिनेट, इसनों आप चेंज करांगे वॉज जां वर दे नाल वर्ब थर्ड। सचिन तेंदुलकर सिंगुलर है तो वॉज यूज़ करांगे। ऑनर्ड सेकंड है तो इनकी थर्ड भी सेम ही होंगी है, बाय द प्राइम मिनिस्टर, तो आप भी द प्राइम मिनिस्टर लिखेंगे। नैक्सट है फ्यूचर इंडेफिनेट टेंस। फ्यूचर इंडेफिनेट दे विच आप विल शैल आपां नूं मिलेगा, तो आप बस एक बी ही यूज़ करना है, बाकी सेम ही रूल है। इहदे विच मिलता है सब्जैक्ट विल या शैल, वर्ब फस्ट, ऑब्जेक्ट, तो आप ऑब्जेक्ट नूं सब्जैक्ट लिखांगे, विल शैल विचों एक लावांगे, बी लिखांगे वर्ब थर्ड, क्योंकि विल शैल एक मॉडल होंदा है, तो मॉडल के तुरंत बाद वर्ब फस्ट आती है, थर्ड नहीं आती, इसलिए इन्होंने एक रूल के अकॉर्डिंग बी यूज़ करांगे आप, फिर थर्ड फॉर्म यूज़ करांगे। देखो आई ते वी दे नाल आपां शैल नूं यूज़ करना है,
ਇਹਦੇ ਵਿੱਚ ਸਿੰਗੂਲਰ ਪਲੂਰਲ ਦਾ ਕੋਈ ਚੱਕਰ ਨਹੀਂ ਹੈ, ਬਾਕੀ ਸਭ ਦੇ ਨਾਲ ਵਿਲ ਦਾ ਯੂਜ਼ ਹੋਵੇਗਾ ਆਈ ਵੀ ਨੂੰ ਛੱਡ ਕੇ। ਫਸਟ ਐਗਜ਼ਾਮਪਲ, ਹੀ ਵਿਲ ਪਲੇ 2 ਮੈਚਿਸ, ਆਬਜੈਕਟ ਹੈ 2 ਮੈਚਿਸ, ਆਬਜੈਕਟ ਨੂੰ ਪਹਿਲਾਂ ਰੱਖਾਂਗੇ ਤੇ ਆਈ ਵੀ ਦੇ ਨਾਲ ਸ਼ੈਲ ਲੱਗੇਗਾ, ਬਾਕੀ ਸਭ ਵਿਲ, ਤਾਂ ਇੱਥੇ ਵਿਲ ਆਵੇਗਾ। ਇੱਕ ਆਪਾਂ ਯੂਜ਼ ਕਰਾਂਗੇ ਬੀ ਈ ਬੀ, ਉਸ ਤੋਂ ਬਾਅਦ ਵਰਬ ਥਰਡ ਪਲੇਡ, ਪ੍ਰੈਪੋਜੀਸ਼ਨ ਬਾਏ, ਹੀ ਨੂੰ ਯੂਜ਼ ਕਰਾਂਗੇ ਹਿਮ ਦੇ ਲਈ, ਕਿਉਂਕਿ ਹੀ ਦਾ ਜਿਹੜਾ ਆਬਜੈਕਟ ਹੁੰਦਾ ਹੈ ਹਿਮ ਹੁੰਦਾ ਹੈ, ਜੋ ਆਪਾਂ ਪੜ੍ਹ ਚੁੱਕੇ ਹਾਂ। ਨੈਕਸਟ, ਸ਼ੀ ਵਿਲ ਹੈਲਪ ਮੀ, ਮੀ ਨੂੰ ਲਿਖਾਂਗੇ ਆਈ, ਕਿਉਂਕਿ ਮੀ ਦਾ ਸਬਜੈਕਟ ਆਈ ਹੁੰਦਾ ਹੈ ਅਤੇ ਆਈ ਦੇ ਨਾਲ ਸ਼ੈਲ ਜਾਂ ਵਿਲ ਵਿੱਚੋਂ ਸ਼ੈਲ ਲੱਗਦਾ ਹੈ, ਤਾਂ ਆਈ ਸ਼ੈਲ ਬੀ। ਉਸ ਤੋਂ ਬਾਅਦ ਵਰਬ ਥਰਡ ਹੈਲਪਡ ਬਾਏ, ਸ਼ੀ ਦਾ ਆਬਜੈਕਟ ਹੁੰਦਾ ਹੈ ਹਰ। ਨੈਕਸਟ ਕੁਝ ਹੋਰ ਐਗਜ਼ਾਮਪਲਸ ਕਰਦੇ ਹਾਂ। ਮਨੋਹਰ ਵਿਲ ਸੋਲਵ ਦ ਸਮਸ, ਆਬਜੈਕਟ ਆਪਣੇ ਕੋਲ ਹੈ ਦ ਸਮਸ, ਮਨੋਹਰ ਕੀ ਸੋਲਵ ਕਰੇਗਾ, ਦ ਸਮਸ। ਹੁਣ ਸਮਸ ਹੁੰਦੀ ਹੈ ਪਲੂਰਲ, ਮਤਲਬ ਤੁਹਾਡੇ ਕੋਈ ਸਵਾਲ, ਦ ਸਮਸ, ਇੱਥੇ ਸਿੰਗੂਲਰ ਪਲੂਰਲ ਦਾ ਕੋਈ ਚੱਕਰ ਨਹੀਂ ਹੈ ਤਾਂ ਵਿਲ ਯੂਜ਼ ਕਰਾਂਗੇ, ਕਿਉਂਕਿ ਆਈ ਵੀ ਨਹੀਂ ਹੈ ਇੱਥੇ, ਤਾਂ ਸਮਸ ਵਿਲ, ਫਿਰ ਆਪਾਂ ਯੂਜ਼ ਕਰਾਂਗੇ ਬੀ, ਉਸ ਤੋਂ ਬਾਅਦ ਵਰਬ ਥਰਡ ਸੋਲਵਡ ਬਾਈ ਮਨੋਹਰ, ਕਿਉਂਕਿ ਨਾਊਨ ਚੇਂਜ ਨਹੀਂ ਹੁੰਦੀ। ਨੈਕਸਟ, ਯੂ ਵਿਲ ਮਿਸ ਯੋਰ ਬੱਸ, ਤਾਂ ਇੱਥੇ ਯੂਅਰ ਕੋਈ ਆਬਜੈਕਟ ਨਹੀਂ ਹੈ, ਯੋਰ ਬੱਸ ਪੂਰਾ ਆਬਜੈਕਟ ਹੈ, ਆਪਾਂ ਲਿਖਾਂਗੇ ਯੋਰ ਬੱਸ, ਵਿਲ ਸ਼ੈਲ ਵਿੱਚੋਂ ਵਿਲ ਲੱਗੇਗਾ, ਉਸ ਤੋਂ ਬਾਅਦ ਯੋਰ ਬੱਸ ਵਿਲ ਬੀ ਯੂਜ਼ ਕਰਾਂਗੇ, ਵਰਬ ਥਰਡ ਮਿਸਡ ਬਾਈ, ਅਤੇ ਜਿਹੜਾ ਆਬਜੈਕਟ ਹੈ ਯੂ ਦਾ ਉਹ ਹਮੇਸ਼ਾ ਹੀ ਯੂ ਰਹਿੰਦਾ ਹੈ, ਇਸ ਲਈ ਆਪਾਂ ਯੂ ਲਿਖਾਂਗੇ, ਯੋਰ ਬੱਸ ਵਿਲ ਬੀ ਮਿਸਡ ਬਾਈ ਯੂ। ਨੈਕਸਟ, ਦ ਟੀਚਰ ਪਨਿਸ਼ ਦ ਬੋਇਜ਼, ਇਹ ਵੀ ਤੁਸੀਂ ਆਪੇ ਕਰੋਗੇ, ਦ ਡਾਕਟਰ ਵਿਲ ਐਗਜ਼ਾਮਿਨ ਦ ਪੇਸ਼ੈਂਟ, ਬਿਲਕੁਲ ਆਸਾਨ ਸੈਂਟੈਂਸ ਹੈ, ਉੱਪਰ ਵਾਲੇ ਦੀ ਤੁਹਾਨੂੰ ਸਮਝ ਆ ਰਹੀ ਤੁਸੀਂ ਕਰ ਸਕਦੇ ਹੋ। ਨੈਕਸਟ ਆਪਾਂ ਕਰਾਂਗੇ, ਦ ਚਿਲਡਰਨ ਵਿਲ ਇੰਜੋਏ ਦਿਸ ਗੇਮ, ਇਹਦੇ ਵਿੱਚ ਆਬਜੈਕਟ ਹੈ ਦਿਸ ਗੇਮ, ਕਿਉਂਕਿ ਦਿਸ ਦੈਟ ਦੀਸ ਦੂਸ ਇਕੱਲੇ ਨਹੀਂ ਆਉਂਦੇ, ਇਹ ਨਾਲ ਹੀ ਆਉਣਗੇ, ਜੇ ਇਹਨਾਂ ਦੇ ਅੱਗੇ ਕੋਈ ਵਰਡ ਹੈ ਤਾਂ ਉਸ 'ਤੇ, ਤਾਂ ਸੈਂਟੈਂਸ ਬਣ ਜਾਏਗਾ ਦਿਸ ਗੇਮ, ਵਿਲ ਸ਼ੈਲ ਲੱਗਿਆ ਹੋਵੇ ਤਾਂ ਵਿਲ ਸ਼ੈਲ ਵਿੱਚੋਂ ਯੂਜ਼ ਕਰਾਂਗੇ, ਕਿਉਂਕਿ ਆਈ ਵੀ ਨਹੀਂ ਹੈ ਇਸ ਲਈ ਆਪਾਂ ਵਿਲ ਯੂਜ਼ ਕਰਾਂਗੇ। ਦਿਸ ਗੇਮ ਵਿਲ ਬੀ, ਇੰਜੋਏ ਵਰਬ ਫਸਟ ਹੈ, ਇੱਥੇ ਆਪਾਂ ਥਰਡ ਯੂਜ਼ ਕਰਾਂਗੇ ਇੰਜੋਇਡ, ਬਾਈ ਦ ਚਿਲਡਰਨ ਨਾउन है ਤਾਂ ਨਾउन ਚੇਂਜ ਨਹੀਂ ਹੁੰਦਾ, ਦਿਸ ਗੇਮ ਵਿਲ ਬੀ ਇੰਜੋਇਡ ਬਾਈ ਦ ਚਿਲਡਰਨ। ਨੈਕਸਟ ਸੈਂਟੈਂਸ, ਯੂ ਵਿਲ ਜੁਆਇਨ ਦ ਪਾਰਟੀ, ऑब्जेक्ट द पार्टी, विल शैल विचों एक लगेगा विल बी जॉइंड बाय, हुण जिहड़ा यू है इसका ऑब्जेक्ट यू ही हुंदा है, सेंटेंस बनेगा द पार्टी विल बी जॉइंड बाय यू। नेक्स्ट 4 सेंटेंस रहेगी, ही विल नॉट कुक द फूड, ऑब्जेक्ट है द फूड, वो की नहीं पकाएंगे फूड, द फूड विल सेंटेंस बनेगा द फूड विल नॉट बी कुक्ड बाय हिम। बी जिहड़ा है फिर नोट तो बाद लगेगा जदों लाना होए, क्योंकि बी की जिहड़ी पोजीशन है वो हमेशा ही थर्ड रहिंदी है,
ਸਬਜੈਕਟ ਹੈਲਪਿੰਗ ਵਰਬ ਨੋਟ, ਇਸ ਲਈ। ਤੇ ਕੁੱਕ ਦੀ ਵਰਬ ਥਰਡ ਕੁਕਡ ਬਾਈ ਹਿਮ, ਹੀ ਦਾ ਜਿਹੜਾ ਆਬਜੈਕਟ ਹੈ ਹਿਮ। ਸ਼ੀ ਵਿਲ ਨੋਟ ਵਾਸ਼ ਦਾ ਕਲੋਥਸ, ਇਹ ਤੁਸੀਂ ਲਿਖੋਗੇ ਕਮੈਂਟ ਬਾਕਸ ਦੇ ਵਿੱਚ। ਨੈਕਸਟ ਹੈ ਵਿਲ ਦੇ ਇਲੈਕਟ ਦਾ ਪ੍ਰੈਜ਼ੀਡੈਂਟ, ਇਹਦੇ ਵਿੱਚ ਆਬਜੈਕਟ ਹੈ ਦਾ ਪ੍ਰੈਜ਼ੀਡੈਂਟ, ਵਿਲ ਹੈ ਸ਼ੈਲ ਹੈ ਤਾਂ ਹੈਲਪਿੰਗ ਵਰਬ ਅੱਗੇ ਹੈ ਤਾਂ ਆਪਾਂ ਵੀ ਅੱਗੇ ਲਿਖਾਂਗੇ, ਇੱਥੇ ਆ ਜਾਏਗਾ ਵਿਲ। ਸ਼ੈਲ ਨਹੀਂ ਆਇਆ ਕਿਉਂਕਿ ਆਈ ਵੀ ਨਹੀਂ ਸੀ ਆਬਜੈਕਟ ਦੇ ਵਿੱਚ। ਵਿਲ ਦ ਪ੍ਰੈਜ਼ੀਡੈਂਟ ਇਲੈਕਟ, ਥਰਡ ਵਰਬ ਹੁੰਦੀ ਹੈ ਇਲੈਕਟਡ। ਵਿਲ ਦ ਪ੍ਰੈਜ਼ੀਡੈਂਟ ਬੀ ਇਲੈਕਟਡ ਬਾਈ, ਦੇ ਦਾ ਹੁੰਦਾ ਹੈ ਦੈਮ, ਫਿਰ ਕੁਐਸਚਨ ਮਾਰਕ। ਹੁਣ ਇਹਦੇ ਵਿੱਚ ਵਿਲ ਸਭ ਤੋਂ ਪਹਿਲਾਂ ਲੱਗੇਗਾ, ਫਿਰ ਸਬਜੈਕਟ ਦ ਪ੍ਰੈਜ਼ੀਡੈਂਟ, ਉਸ ਤੋਂ ਬਾਅਦ ਜਿਹੜਾ ਆਪਾਂ ਬੀ ਲਾਣਾ ਹੈ ਉਹ, ਤੇ ਫਿਰ ਵਰਬ ਥਰਡ ਲੱਗੇਗੀ। ਵਿਲ ਦ ਪ੍ਰੈਜ਼ੀਡੈਂਟ ਬੀ ਇਲੈਕਟਡ ਬਾਈ ਦੈਮ। ਨੈਕਸਟ ਸੈਂਟੈਂਸ ਤੁਸੀਂ ਆਪੇ ਲਿਖੋਗੇ, ਅਗਲੀ ਜਿਹੜੀ ਆਪਣੀ ਕਲਾਸ ਹੋਵੇਗੀ ਉਹਦੇ ਵਿੱਚ ਆਪਾਂ ਜਿਹੜੇ ਰਹਿੰਦੇ ਹੈ ਉਹ ਪੂਰੇ ਕਰ ਲਾਂਗੇ।